ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੋਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਾਰ ਜੋਰੀ, ਨਾਮੋ ਕਾਰ ਜੋਰੀ। ਸ਼੍ਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਸ਼੍ਰੀ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਾਰ ਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਸੁਨੋ ਕਥਾ ਸਵਧਾਨ ਵੈ
ਸ਼ਰੋਤਾ ਸਿੱਖ ਸਮੁਦਾਇ ਵਧੈ ਬਖੀਰਾ ਜਾਹੇ ਤੇ ਮਿਲਨ ਤੁਰਕ ਬਨ ਆਏ ਸੋਨੋ ਕਥਾ ਸਬਦਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਧੰਨ 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 ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰਿਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਸ਼ਾਹੇ ਸ਼ਹਿਨਸ਼ਾਹ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ। ਐਸੇ ਦੀਨ ਦਿਆਲ ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਦੇ ਮਹਾਨ ਅਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਸਾਹਿਬਾਂ ਨੇ ਅਵਸਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਬਿਰਤਾਂਤ ਜੀਵਨ ਕੌਤਕਾਂ ਦੀ ਗੁਰੂ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਕਵੀ ਰਾਜ ਮਹਾਕਵੀ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾ ਮਨ ਸਤਿਗੁਰੂ ਸਾਹਿਬਾਨ ਜੀ ਦੇ ਮਹਾਨ ਪਾਵਨ ਪਵਿੱਤਰ ਵਡਮੁੱਲੇ ਪਰ ਉਪਕਾਰੀ ਇਤਿਹਾਸ ਨੂੰ ਵਰਣਨ ਕਰਦੇ ਹੋਏ ਤਿੰਨ ਰਾਸਾਂ ਸਮਾਪਤ ਸੰਪੂਰਨ ਕਰਕੇ ਅੱਗੇ ਚੌਥੀ ਰਾਸ ਪ੍ਰਾਰੰਭ ਕੀਤੀ ਹੈ, ਜਿਸ ਦੇ ਅੰਦਰ ਪ੍ਰਾਰੰਭਤਾ ਦੇ ਵਿੱਚ 10 ਗੁਰੂ ਸਾਹਿਬਾਨਾਂ ਦੇ ਗੁਰੂ ਦਰੋਂ ਘਰੋਂ ਸਵਾਰੇ ਵਰਸਾਏ ਹੋਏ ਗੁਰਸਿੱਖਾਂ ਮਹਾਂਪੁਰਖਾਂ ਸੰਤਾਂ ਦੇ ਮੰਗਲ ਕੀਤੇ ਗਏ। ਸਤਿਗੁਰੂ ਸਾਹਿਬਾਨਾਂ ਦੀ ਵਡਿਆਈ ਮਹਿਮਾ ਜਸ ਕੀਰਤੀ ਕਰਦਿਆਂ ਗੁਰੂ ਸਾਹਿਬਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਮੰਗ ਕੀਤੀ ਗਈ, ਮਹਾਰਾਜ ਜੀ ਕਿਰਪਾ ਕਰੋ ਆਪ ਜੀ ਦਾ ਰਹਿੰਦਾ ਹੋਇਆ ਇਤਿਹਾਸ ਮੈਂ ਸੰਪੂਰਨ ਕਰ ਸਕਾਂ, ਮੈਨੂੰ ਬਲ ਬੁੱਧੀ ਸਮੱਤ ਉਦਮ ਬਖਸ਼ਿਸ਼ ਕਰੋ। ਆਪ ਜੀ ਕਿਰਪਾ ਕਰਕੇ ਆਪਣਾ ਮਹਾਨ ਕਾਰਜ ਇਤਿਹਾਸ ਲਿਖਣ ਦਾ ਆਪ ਸੰਪੂਰਨ ਕਰਵਾਓ। ਇਹ ਅਰਦਾਸਾਂ ਬੇਨਤੀਆਂ ਜੋਦੜੀਆਂ ਮੰਗਲਾਂ ਦੇ ਅੰਦਰ ਸਤਿਗੁਰੂ ਦੀ ਮਹਿਮਾ ਕਰਦਿਆਂ ਹੋਏ ਭਾਈ ਸਾਹਿਬ ਜੀ ਨੇ ਕੀਤੀਆਂ। ਅੱਗੇ ਭਾਈ ਸਾਹਿਬ ਜੀ ਨੇ ਕਥਾ ਪ੍ਰਾਰੰਭ ਕੀਤੀ। ਰਮਦਾਸ ਨਗਰ ਵਿੱਚ ਰਹਿ ਰਹੇ ਤਤ ਬੇਤੇ ਮਹਾਂਪੁਰਖ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਉਰਫ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਲੰਮਾ ਸਮਾਂ ਸੰਗਤ ਪੰਗਤ ਦਾ ਲਾਹਾ ਲਿਆ। ਸਾਹਿਬਾਂ ਦੇ ਸੱਚਖੰਡ ਪਿਆਨਾ ਕਰ ਜਾਣ ਤੋਂ ਬਾਅਦ ਸਾਖਸ਼ਾਤ 90-95 ਸਾਲ ਦੀ ਉਮਰ ਤੱਕ ਭਾਈ ਸਾਹਿਬ ਜੀ ਨੂੰ ਪ੍ਰਤੱਖ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਪ੍ਰਾਪਤ ਹੁੰਦੇ ਰਹੇ। ਭਾਈ ਸਾਹਿਬ ਜੀ ਦੇ ਪਾਸ ਰਮਦਾਸ ਨਗਰ ਅੰਦਰ ਗੁਰੂ ਕੇ ਇਤਿਹਾਸ ਨਾਲ ਪਿਆਰ ਪ੍ਰੇਮ ਤੇ ਪ੍ਰੀਤ ਰੱਖਣ ਵਾਲੇ ਗੁਰਸਿੱਖ ਚੱਲ ਕਰਕੇ ਗਏ, ਜਿਨ੍ਹਾਂ ਨੇ ਭਾਈ ਸਾਹਿਬ ਜੀ ਦਾ ਦਰਸ਼ਨ ਦੀਦਾਰ ਕਰਕੇ ਬੇਨਤੀ ਕੀਤੀ, ਮਹਾਂਪੁਰਖੋ
ਤੁਸੀਂ ਸਤਿਗੁਰੂ ਸਾਹਿਬਾਨਾਂ ਜੀ ਦੇ ਦਰੋ ਕਰੋ ਵਰਸਾਏ ਹੋਏ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਹੋ। ਸਤਿਗੁਰਾਂ ਦੀ ਸੰਗਤ ਦਾ ਆਨੰਦ ਮਾਣਿਆ ਹੈ। ਸਤਿਗੁਰਾਂ ਦੇ ਕੌਤਕਾਂ ਨੂੰ ਨੇੜੇ ਹੋ ਕੇ ਕਰਕੇ ਵੇਖਿਆ ਹੈ। ਕਿਰਪਾ ਕਰੋ ਸਾਨੂੰ ਵੀ ਗੁਰੂ ਸਾਹਿਬਾਂ ਦੇ ਕੌਤਕ ਸਰਵਨ ਕਰਵਾ ਕੇ ਵਡਭਾਗੇ ਬਣਾਓ। ਤੁਸਾਂ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਸਨ, ਅਸੀਂ ਤੁਹਾਡੇ ਦਰਸ਼ਨ ਕੀਤੇ ਹਨ। ਸਾਡੇ 'ਤੇ ਪਰਉਪਕਾਰ ਕਰੋ। ਮਹਾਂਪੁਰਖ ਭਾਈ ਸਾਹਿਬ ਭਾਈ ਰਾਮ ਕੌਰ ਜੀ ਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਥਾਂ ਹਨ, ਉਹਨਾਂ ਗੁਰਮੁਖ ਪਿਆਰਿਆਂ ਨੇ ਗੁਰਸਿੱਖਾਂ ਦੀ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਕਥਾ ਸੁਣਾਉਣੀ ਪ੍ਰਾਰੰਭ ਕੀਤੀ। ਉਹ ਕਥਾ ਜਿਹੜੀ ਸੀ ਸਿੰਘਾਂ ਨੇ ਸੁਣੀ, ਸੀਨਾ ਪਸੀਨਾ ਚਲਦੀ ਚਲਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਪਾਸ ਆ ਕਰਕੇ ਪਹੁੰਚੀ। ਕੁਛ ਗੁਰਸਿੱਖ ਪਿਆਰਿਆਂ ਨੇ ਉਸ ਨੂੰ ਲਿਖਿਆ ਵੀ, ਨੋਟ ਵੀ ਕੀਤਾ। ਉਹ ਜੋ ਕਥਾ ਵਾਰਤਕ ਰੂਪ ਵਿੱਚ ਸੀ, ਉਸ ਕਥਾ ਨੂੰ ਭਾਈ ਸਾਹਿਬ ਜੀ ਨੇ ਛੰਦਾਬੰਦੀ ਦੇ ਵਿੱਚ 9 ਰਸ ਜੋ ਕਵਿਤਾ ਵਿੱਚ ਹੁੰਦੇ ਨੇ, 9 ਰਸਾਂ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਛੰਦ ਵਰਤ ਕਰਕੇ ਉਸ ਸਾਰੀ ਕਥਾ ਨੂੰ, ਗੁਰੂ ਕੇ ਇਤਿਹਾਸ ਨੂੰ ਸ਼੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੇ ਅੰਦਰ ਵਰਣਨ ਕਰ ਦਿੱਤਾ ਹੈ। ਉਹ ਕਥਾ ਸਿਲਸਿਲੇਵਾਰ ਭਾਈ ਸਾਹਿਬ ਜੀ ਸਾਨੂੰ ਸਰਵਣ ਕਰਵਾ ਰਹੇ ਨੇ ਕਿ ਕਿਵੇਂ ਹੁਣ ਅੱਗੇ ਮੇਰੀ ਪੀਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਕੌਤਕ ਕੀਤੇ। ਉਹਨਾਂ ਦੀ ਸਗਾਈ ਹੋਣ ਦੀ ਗੱਲਬਾਤ ਚੱਲੀ ਔਰ ਦੁਸ਼ਟ ਚੰਦੂ ਨੇ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ। ਫਿਰ ਉਸ ਦਾ ਖਾਤਮਾ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੀਤਾ। ਬਾਦਸ਼ਾਹ ਜਹਾਂਗੀਰ ਦੇ ਨਾਲ ਸਾਹਿਬਾਂ ਦੀ ਮਿਲਣੀ ਮੇਲ ਮਿਲਾਪ ਹੋਇਆ। ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚ ਪਹੁੰਚੇ, 52 ਰਾਜੇ ਰਿਹਾ ਕਰਵਾਏ। ਔਰ ਇਸੇ ਤਰ੍ਹਾਂ ਹੀ ਬਾਦਸ਼ਾਹ ਸ਼ਾਹਜਹਾਨ ਦੇ ਨਾਲ 4 ਵਾਰੀ ਉਹਦੀਆਂ ਫੌਜਾਂ ਨਾਲ ਵੱਡੇ ਮਹਾਨ ਯੁੱਧ ਕੀਤੇ ਔਰ ਸਾਰਿਆਂ ਦੇ ਵਿੱਚ ਹੀ ਫਤਿਹ ਹਾਸਲ ਕੀਤੀ। ਸੋ ਇਹ ਸਾਰਾ ਪ੍ਰਸੰਗ ਭਾਈ ਸਾਹਿਬ ਜੀ ਅੱਗੇ ਸੁਣਾ ਰਹੇ ਨੇ ਸਿਲਸਿਲੇਵਾਰ, ਤੇ ਨਾਲ ਨਾਲ ਭਾਈ ਸਾਹਿਬ ਜੀ ਨੇ ਇਸ ਕਥਾ ਦਾ ਮਹਾਤਮ ਵਰਣਨ ਕੀਤਾ ਹੈ ਕਿ ਗੁਰਸਿੱਖ ਪਿਆਰਿਓ, ਇਹ ਜੋ ਗੁਰੂ ਕੇ ਇਤਿਹਾਸ ਦੀ ਮਹਾਨ ਕਥਾ ਹੈ, ਇਹ ਪੁੱਤਰਾਂ ਧੀਆਂ ਧਨ ਦੌਲਤ ਸਰੀਰਕ ਤੰਦਰੁਸਤੀ ਨੂੰ ਦੇਣ ਵਾਲੀ ਹੈ, ਸਮੂਹ ਰੋਗਾਂ ਦਾ ਖਾਤਮਾ ਕਰਨ ਵਾਲੀ ਹੈ। ਪ੍ਰਾਣੀ ਚੜ੍ਹਾਈ ਕਰ ਜਾਵੇ, ਮ੍ਰਿਤਕ ਦੇ ਪਿੱਛੋਂ ਇਹ ਕਥਾ ਪੜ੍ਹੀ ਸੁਣੀ ਜਾਵੇ ਤੇ ਉਸ ਦੀ ਆਤਮਾ ਨੂੰ ਵੀ ਸੁੱਖ ਮਿਲਦਾ ਹੈ। ਕਿਉਂਕਿ ਇਸ ਕਥਾ ਵਿੱਚ ਕਿਸੇ ਆਮ ਵਿਅਕਤੀ ਦੀ ਮਹਿਮਾ ਨਹੀਂ, ਸਗੋਂ ਅਕਾਲ ਪੁਰਖ ਦੇ ਸਾਖਸ਼ਾਤ ਸਰੂਪ ਸਤਿਗੁਰੂ ਸਾਹਿਬਾਨਾਂ ਜੀ ਦੀ ਵਡਿਆਈ ਹੈ। ਸਤਿਗੁਰੂ ਜੀ ਦੀ ਕੀਰਤੀ, ਸਤਿਗੁਰੂ ਦਾ ਜਸ ਹੈ। ਤੇ ਜਿੱਥੇ ਸਤਿਗੁਰੂ ਦਾ ਜਸ ਪੜ੍ਹਿਆ ਸੁਣਿਆ ਜਾਵੇ, ਉੱਥੋਂ ਦੁੱਖ ਖੰਭ ਲਾ ਕਰਕੇ ਉੱਡ ਜਾਂਦੇ ਹਨ, ਉੱਥੋਂ ਬਿਮਾਰੀਆਂ ਦਾ ਅੰਤ ਹੋ ਜਾਂਦਾ ਹੈ, ਉੱਥੇ ਸੁੱਖ ਆਨੰਦ ਖੇੜਾ ਤੇ ਚੜ੍ਹਦੀ ਕਲਾ ਵਰਤ ਜਾਂਦੀ ਹੈ। ਇਸ ਕਥਾ ਦਾ ਭਾਰੀ ਮਹਾਤਮ ਹੈ। ਸੰਕਟ ਸਕਲ ਨਾਸ਼ ਕੋ ਕਰਤਾ, ਮਹਾ ਧਰਮ ਕੋ ਉਰ ਮਹਿ ਧਰਤਾ, ਸ਼ਰਧਾ ਕਰ ਜੋ ਸੁਣੇ ਸੁਣਾਵੇ, ਅੰਤ ਸਮੇਂ ਗੁਰ ਤੇ ਗਤ ਪਾਵੇ। ਸਾਰੇ ਸੰਕਟਾਂ ਨੂੰ ਨਾਸ਼ ਕਰਨ ਵਾਲੀ, ਹਿਰਦੇ ਵਿੱਚ ਧਰਮ ਨੂੰ ਧਾਰਨ ਕਰਵਾਉਣ ਵਾਲੀ ਕਥਾ ਹੈ। ਸ਼ਰਧਾ ਵਿਸ਼ਵਾਸ ਸਿਦਕ ਭਰੋਸਾ ਤੇ ਅਕੀਦਾ ਦ੍ਰਿੜ ਕਰਵਾਉਣ ਵਾਲੀ ਕਥਾ ਹੈ। ਜਿਹੜਾ ਵੀ ਸ਼ਰਧਾ ਧਾਰ ਕੇ ਸੁਣੇਗਾ ਸੁਣਾਵੇਗਾ, ਅੰਤ ਸਮੇਂ ਉਸ ਦੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਗਤੀ ਹੋ ਜਾਏਗੀ, ਉਹਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ। ਇਸ ਗੱਲ ਵਿੱਚ ਕੋਈ ਸ਼ੱਕ ਤੇ ਸੰਦੇਹ ਨਹੀਂ ਹੈ, ਕਿਉਂਕਿ ਸਤਿਗੁਰੂ ਦੀ ਵਡਿਆਈ ਕਰਦਿਆਂ ਹੋਇਆਂ ਭੱਟ ਸਾਹਿਬਾਨਾਂ ਨੇ ਵੀ ਕਹਿ ਦਿੱਤਾ ਕਿ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਗੁਰੂ ਜਪਿਆ, ਸਤਿਗੁਰੂ ਦੀ ਵਡਿਆਈ ਕੀਤੀ, ਸਤਿਗੁਰੂ ਸਾਹਿਬਾਨਾਂ ਦੇ ਨਾਮਾਂ ਦਾ ਉਚਾਰਨ ਕੀਤਾ, ਉਹ ਦੁਬਾਰਾ ਜੂਨਾਂ ਵਿੱਚ ਨਹੀਂ ਪੈਂਦੇ, ਆਵਾਗਮਨ ਦੇ ਚੱਕਰ ਤੋਂ ਰਹਿਤ ਹੋ ਜਾਂਦੇ ਹਨ। ਸਵੈਸੀ ਇਸ ਮਹਾਨ ਕਥਾ ਦੀ ਵਡਿਆਈ ਮਹਿਮਾ ਭਾਈ ਸਾਹਿਬ ਜੀ ਨੇ ਕੀਤੀ ਸੀ। ਜਿਵੇਂ ਅੱਗੇ ਭਾਈ ਸਾਹਿਬ ਜੀ ਚੌਥੀ ਰਾਸ ਦੇ ਦੂਜੇ ਅੰਸੂ ਦੇ ਅੰਦਰ ਇਹ ਮਹਾਨ ਇਤਿਹਾਸ ਸਤਿਗੁਰੂ ਦਾ ਵਰਣਨ ਕਰ ਰਹੇ ਨੇ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਸੁਨੋ ਕਥਾ ਸਵਧਾਨ ਹੋਇ, ਸ਼ਰੋਤ
ਸਰੋਤਾ ਸਿੱਖ ਸਮੁਦਾਇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ, ਸੁਨੋ ਕਥਾ। हे ਗੁਰਸਿੱਖ ਪਿਆਰਿਓ, ਕਥਾ ਸੁਨੋ, ਸਾਵਧਾਨ ਹੋਵੈ। ਸਾਵਧਾਨ ਦਾ ਅਰਥ ਹੈ ਸਾਵਧਾਨ ਹੋ ਕੇ, ਸੁਚੇਤ ਹੋ ਕੇ। ਇਹ ਨਹੀਂ ਕਿ ਸਰੀਰ ਇੱਥੇ ਬੈਠੇ ਹੋਣ ਤੇ ਮਨ ਉਡਾਰੀਆਂ ਮਾਰਦਾ ਹੋਵੇ, ਧਿਆਨ ਘਰ ਹੋਵੇ, ਧਿਆਨ ਕੰਮਾਂ ਕਾਰਾਂ ਵਿੱਚ, ਮੈਗੀ ਪਦਾਰਥਾਂ ਵਿੱਚ ਹੋਵੇ। ਨਹੀਂ, ਕਥਾ ਧਿਆਨ ਇਕਾਗਰ ਕਰਕੇ ਹੀ ਸੁਣੀ ਜਾ ਸਕਦੀ ਹੈ। ਫਿਰ ਗੁਰਪ੍ਰਤਾਪ ਸੂਝ ਗ੍ਰੰਥ ਦੀ ਕਥਾ, ਇਹ ਤਾਂ ਇੱਕ ਛਿਨ ਧਿਆਨ ਪਾਸੇ ਚਲੇ ਜਾਏ ਤੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਹਨੂੰ ਕੀ ਕਹਿ ਰਿਹਾ ਹੈ, ਕਿਹਦੀ ਗੱਲ ਚੱਲ ਰਹੀ ਹੈ, ਕਿਉਂਕਿ ਸਾਖੀ ਨਹੀਂ ਹੈ। ਸਾਖੀ ਸੁਣਨੀ ਵੀ ਤੇ ਸੁਣਾਉਣੀ ਵੀ ਸੌਖੀ ਹੈ। ਇਹ ਕਥਾ ਕਰਨੀ ਵੀ ਔਖੀ ਹੈ ਤੇ ਸੁਣਨੀ ਵੀ ਔਖੀ ਹੈ, ਕਿਉਂਕਿ ਛੰਦਾਬੰਦੀ ਵਿੱਚ ਹੈ। ਇੱਕ ਪੰਕਤੀ ਦਾ ਹੀ ਅਰਥ ਨਹੀਂ ਪਤਾ ਲੱਗਾ ਤਾਂ ਦੂਜੀ ਪੰਕਤੀ ਦਾ ਜਦੋਂ ਧਿਆਨ ਵਾਪਸ ਆਵੇਗਾ ਤੇ ਪਤਾ ਹੀ ਨਹੀਂ ਲੱਗਣਾ ਕਿ ਕੌਣ ਕਿਹਨੂੰ ਕਿਸ ਨੇ ਕੀ ਕਹਿ ਦਿੱਤਾ ਹੈ, ਕੌਣ ਬੋਲ ਰਿਹਾ ਹੈ, ਕੌਣ ਅੱਗੋਂ ਜਵਾਬ ਦੇ ਰਿਹਾ ਹੈ। ਇਸ ਵਾਸਤੇ ਭਾਈ ਸਾਹਿਬ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਹ ਕਥਾ ਸੁਣਨ ਵਾਸਤੇ ਧਿਆਨ ਦੀ ਇਕਾਗਰਤਾ, ਮਨ ਦੀ ਅਡੋਲਤਾ, ਮਨ ਦਾ ਟਿਕਾ ਹੋਣਾ ਬੜਾ ਜ਼ਰੂਰੀ ਹੈ। ਇਸੇ ਵਾਸਤੇ ਜਦੋਂ ਪ੍ਰਸੰਗ ਆਰੰਭ ਕਰਦੇ, ਰਾਸ ਆਰੰਭ ਕਰਦੇ ਨੇ ਤੇ ਜ਼ਰੂਰ ਇਹ ਗੱਲ ਵਰਤਦੇ ਕਿ ਸਰੋਤਿਓ, ਕਥਾ ਸੁਣਨ ਵਾਲੇ ਗੁਰਸਿੱਖ ਪਿਆਰਿਓ, ਤੁਸੀਂ ਇਹ ਕਥਾ ਸਾਵਧਾਨ ਹੋ ਕੇ ਸੁਣੋ, ਸੁਚੇਤ ਹੋ ਕਰਕੇ ਸੁਣੋ। ਸਰੋਤਾ ਸਿੱਖ ਸਮੁਦਾਇ, ਇਹ ਸਰੋਤੇ ਜਨੋ ਸਾਰੇ ਗੁਰਸਿੱਖ ਪਿਆਰਿਓ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਕਥਾ ਤੁਸੀਂ ਸੁਚੇਤ ਹੋ ਕੇ, ਸਾਵਧਾਨ ਹੋ ਕਰਕੇ ਸੁਣਨਾ ਕਰੋ। ਵਧੈ ਬਖੀਰਾ ਜਾਹੇ ਤੇ ਮਿਲਨ ਤੁਰਕ ਬਨ ਆਏ। ਫਿਰ ਜਿਸ ਕਥਾ ਦੇ ਅੰਦਰ ਇਹ ਸਾਰੇ ਪ੍ਰਸੰਗ ਹਾਲਾਤ ਵਰਣਨ ਕੀਤੇ ਗਏ ਕਿ ਕਿਵੇਂ ਚੰਦੂ ਨੇ ਗੁਰੂ ਘਰ ਦੇ ਨਾਲ ਵੈਰ ਕਮਾਇਆ, ਬਖੇੜਾ ਵਧਿਆ, ਝਗੜਾ ਵਧਾਇਆ ਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਬਾਦਸ਼ਾਹ ਜਹਾਂਗੀਰ ਦੇ ਨਾਲ ਮੇਲ ਮਿਲਾਪ ਹੋਇਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ, ਮਹਾਨ ਕੁਰਬਾਨੀ ਹੋਈ। ਸਤਿਗੁਰੂ ਪਾਤਸ਼ਾਹ ਨੇ ਅਸੂਲ ਦਾ ਪੱਲਾ ਨਹੀਂ ਛੱਡਿਆ, ਭਾਵੇਂ ਸੀਸ ਦੇਣਾ ਪਿਆ, ਆਪਣਾ ਤਨ ਕੁਰਬਾਨ ਕਰਨਾ ਪਿਆ, ਪਰ ਅਸੂਲਾਂ ਤੇ ਦ੍ਰਿੜਤਾ ਦੇ ਨਾਲ ਪਹਿਰਾ ਦਿੰਦਿਆਂ ਹੋਇਆਂ ਸਾਹਿਬਾਂ ਨੇ ਅਸੂਲ ਪ੍ਰਸਤੀ ਨੂੰ ਕਮਾਉਂਦਿਆਂ ਹੋਇਆਂ ਆਪਣਾ ਆਪ ਤਾਂ ਨਿਸ਼ਾਵਰ ਕਰ ਦਿੱਤਾ, ਪਰ ਕਿਸੇ ਜ਼ਾਲਮ ਦੇ ਅੱਗੇ, ਕਿਸੇ ਦੁਸ਼ਟ ਦੇ ਅੱਗੇ ਝੁਕੇ ਨਹੀਂ, ਸਗੋਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ, ਸਿਧਾਂਤ ਨੂੰ ਮੁੱਖ ਰੱਖ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਆਪ ਸਦਕੇ ਕਰ ਦਿੱਤਾ, ਕੁਰਬਾਨ ਕਰ ਦਿੱਤਾ। ਵੈਰੀ ਦੀ ਈਨ ਨੂੰ ਨਹੀਂ ਮੰਨਣਾ ਕੀਤਾ, ਜ਼ੁਲਮ ਦੇ ਅੱਗੇ ਝੁਕੇ ਨਹੀਂ ਹਨ। ਇਹ ਸਾਰੀ ਕਥਾ ਜਿਹੜੀ ਹੈ, ਭਾਈ ਸਾਹਿਬ ਕਹਿੰਦੇ ਜਿਵੇਂ ਬਖੇੜਾ ਵਧਿਆ, ਗੁਰੂ ਘਰ ਵਿੱਚ ਬੀਬੀ ਵੀਰੋ ਦੀ ਸ਼ਾਦੀ ਰੱਖੀ ਸੀ, ਅਚਾਨਕ ਤੁਰਕਾਂ ਨੇ ਹਮਲਾ ਕਰ ਦਿੱਤਾ, ਮਠਿਆਈਆਂ ਧਰੀਆਂ ਤਰਾਈਆਂ ਰਹਿ ਗਈਆਂ। ਉਹ ਤੁਰਕਾਂ ਨੇ ਖਾਧੀਆਂ। ਸਤਿਗੁਰੂ ਪਾਤਸ਼ਾਹ ਨੂੰ ਆਪਣੀ ਧੀ ਦੀ ਸ਼ਾਦੀ ਝਬਾਲ ਨਗਰ ਵਿੱਚ ਜਾ ਕੇ ਭਾਈ ਲੰਗਾਹ ਦੇ ਘਰ ਵਿੱਚ ਕਰਨੀ ਪਈ। ਜਿਵੇਂ ਇਹ ਸਾਰੇ ਘਟਨਾਕ੍ਰਮ ਹੋਏ, ਉਹ ਸਾਰੀਆਂ ਵਾਰਤਾਵਾਂ, ਉਹ ਸਾਰੀਆਂ ਕਥਾ ਕਹਾਣੀਆਂ ਭਾਈ ਸਾਹਿਬ ਕਹਿੰਦੇ ਮੈਂ ਅੱਗੇ ਵਰਣਨ ਕਰ ਰਿਹਾ ਹਾਂ। ਸੋ ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਾਦਸ਼ਾਹਾਂ ਦੇ ਨਾਲ ਮੇਲ ਮਿਲਾਪ ਹੁੰਦਾ ਹੈ, ਦੁਸ਼ਟ ਚੰਦੂ ਨੇ ਬਖੇੜਾ ਕੀਤਾ, ਵੈਰ ਵਧਾਇਆ, ਉਹ ਸਾਰੀ ਕਥਾ ਅੱਗੇ ਸਰਵਣ ਕਰੋ। ਸਵਈਆ ਰਾਜ ਕਰੈ ਸਗਰੀ ਛਿਤ ਕੋ, ਜਿਨ ਆਇਸ ਮੀਟ ਸਕੈ ਨਹਿ ਕੋ। ਦਿੱਲੀ ਦਾ ਬਾਦਸ਼ਾਹ ਜੋ ਰਾਜ ਕਰੇ ਸਗਰੀ ਛਿਤ, ਛਿਤ ਹੁੰਦੀ ਧਰਤੀ। ਉਸ ਸਮੇਂ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹਦੇ ਅਧੀਨ ਸਾਰਾ ਉੱਤਰੀ ਭਾਰਤ, ਹਿੰਦੁਸਤਾਨ ਤੇ ਲਹਿੰਦਾ ਇਲਾਕਾ ਜੋ ਪੱਛਮ ਵਾਲਾ ਪਾਸਾ ਹੈ, ਅਫਗਾਨਿਸਤਾਨ ਇਤਿਆਦਿਕ, ਇਹ ਸਾਰਾ ਇਲਾਕਾ ਜਿਹੜਾ ਸੀ ਦਿੱਲੀ ਸਰਕਾਰ ਦੇ ਅਧੀਨ ਹੋਇਆ ਕਰਦਾ ਸੀ। ਇਸ ਵਾਸਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਸਗਲੀ ਛਿਤ, ਸਾਰੀ ਧਰਤੀ 'ਤੇ, ਭਾਵ ਬਾਹਰ ਦੇ ਦੇਸ਼ ਵੀ ਜਿਹੜੇ ਸਨ ਉਹ ਦਿੱਲੀ ਸਰਕਾਰ ਦੇ ਕੋਲੋਂ ਰਹਿ ਲੈਂਦੇ, ਪੁੱਛਦੇ ਸਨ। ਜਿਵੇਂ ਅੱਜ ਕੱਲ੍ਹ ਅਮਰੀਕਾ ਦੇ ਨਾਲ ਦੇਸ਼ ਸਾਂਝ ਪਾਉਂਦੇ, ਲੈਣ ਦੇਣ ਕਰਦੇ ਨੇ, ਉਹਦੀ ਰਹਿ ਲਈ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਸਮੇਂ ਹਿੰਦੁਸਤਾਨ ਦੇ ਅੰਦਰ ਜਦੋਂ ਮੁਗਲਾਂ ਦਾ ਰਾਜ ਪ੍ਰਾਰੰਭ ਹੋਇਆ ਬਾਬਰ ਤੋਂ,
ਕਿਉਂਕਿ ਪਹਿਲਾਂ ਪ੍ਰਿਥਵੀ ਚੰਦ ਚੌਹਾਨ ਵਰਗੇ, ਇਸ ਤੋਂ ਇਲਾਵਾ 17 ਹਮਲੇ ਪਹਿਲਾਂ ਮਹਿਮੂਦ ਗਜ਼ਨਵੀ ਨੇ ਕੀਤੇ। ਗਜ਼ਨੀ ਦਾ ਬਾਜ਼ਾਰ ਅੱਜ ਵੀ ਅਫਗਾਨਿਸਤਾਨ ਦੇ ਵਿੱਚ ਪ੍ਰਸਿੱਧ ਹੈ। ਉਸ ਨੇ 17 ਵਾਰੀ ਹਿੰਦੁਸਤਾਨੀਆਂ ਨੂੰ ਲੁੱਟਿਆ, ਕੁੱਟਿਆ, ਮਾਰਿਆ ਅਤੇ ਲਾਹੌਰ ਵਿਖੇ ਆਪਣਾ ਰਾਜ ਭਾਗ ਕਾਇਮ ਕੀਤਾ। ਉਹ ਪਠਾਨਾਂ ਦਾ ਰਾਜ ਸੀ। ਫਿਰ ਚੰਦਰਗੁਪਤ ਮੌਰੀਆ ਵਰਗਿਆਂ ਨੇ ਹਿੰਦੁਸਤਾਨ 'ਤੇ ਆਪਣਾ ਰਾਜ ਜਿਹੜਾ ਸੀ ਉਹ ਕੀਤਾ, ਜੋ ਕੁਛ ਹਿੰਦੂ ਸ਼ਾਸਕ ਸਨ। ਇਸੇ ਤਰ੍ਹਾਂ ਹੀ ਜਦੋਂ ਗੱਲ ਚਲਦੀ ਚਲਦੀ ਉਹ ਰਾਜਾ ਮਹਿੰਦਰ ਜੋ ਕਿਸੇ ਸਮੇਂ ਪਟਨੇ ਦਾ ਰਾਜਾ ਸੀ, ਐਸਾ ਸਮਾਂ ਵੀ ਆਇਆ, ਰਾਜੇ ਅਸ਼ੋਕ ਦਾ ਪੁੱਤਰ ਸੀ, ਸਾਰੇ ਸ਼ਸਤਰ ਬੰਨ੍ਹ ਕਰਕੇ ਉਹਨਾਂ ਨੇ ਗੰਗਾ ਦੇ 'ਚ ਸੁੱਟ ਦਿੱਤੇ ਸਨ ਕਿ ਹੁਣ ਅਸੀਂ ਕੋਈ ਜੰਗ ਯੁੱਧ ਨਹੀਂ ਕਰਨਾ, ਜਿਸ ਕਰਕੇ ਦੇਸ਼ ਸਦਾ ਵਾਸਤੇ ਗੁਲਾਮ ਹੋ ਗਿਆ। 9-10 ਸਦੀਆਂ ਤੱਕ ਹਿੰਦੁਸਤਾਨ ਗੁਲਾਮ ਰਿਹਾ। ਕਲਗੀਧਰ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹਨਾਂ ਗੁਲਾਮੀ ਦੀਆਂ ਜੜ੍ਹਾਂ ਨੂੰ ਪੁੱਟ ਕਰਕੇ ਹਿੰਦੁਸਤਾਨ ਦੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਅਣਖ ਗੈਰਤ ਦੇ ਨਾਲ ਕਿਵੇਂ ਮਰਦਾਂ ਵਾਲਾ ਜੀਵਨ ਜਿਉਇਆ ਜਾਂਦਾ ਹੈ, ਕਿਵੇਂ ਬਹਾਦਰੀ ਦੇ ਨਾਲ ਲੱਖਾਂ ਦਾ ਮੁਕਾਬਲਾ ਕੀਤਾ ਜਾਂਦਾ ਹੈ। ਇਹ ਸਤਿਗੁਰੂ ਦੇ ਘਰ ਵਿੱਚੋਂ ਉੱਠੀ ਹੋਈ ਬੁਲੰਦ ਆਵਾਜ਼ ਨੇ ਮੁਗਲਿਆ ਰਾਜ ਦੀਆਂ ਨੀਹਾਂ ਪੋਲੀਆਂ ਕਰਕੇ ਜੜ੍ਹਾਂ ਤੋਂ ਪੁੱਟ ਦਿੱਤਾ। ਸੋ ਜੋ ਮੁਗਲਾਂ ਦਾ ਰਾਜ ਹਿੰਦੁਸਤਾਨ ਦੇ ਅੰਦਰ ਸਾਰੀ ਧਰਤੀ ਤੇ ਆਸੇ ਪਾਸੇ ਫੈਲਿਆ ਸੀ, ਜਿਨ੍ਹਾਂ ਦੀ ਆਗਿਆ ਭਾਈ ਸਾਹਿਬ ਕਹਿੰਦੇ ਕੋਈ ਮੇਟ ਨਹੀਂ ਸੀ ਸਕਦਾ। ਦੀਰਘ ਕੋਟ ਚਮੂ ਜਿਸ ਪੈ ਨਾਮ ਵਾਸ ਰਹਿਓ, ਅਸ ਭਾਖੈ ਸੋ। ਦੀਰਘ ਕੋਟ, ਕੋਟ ਹੁੰਦੇ ਕਿਲੇ। ਅੱਜ ਵੀ ਮੁਗਲਾਂ ਦੇ ਕਿਲੇ, ਦਿੱਲੀ ਦਾ ਲਾਲ ਕਿਲਾ ਕਿਵੇਂ ਪ੍ਰਸਿੱਧ ਹੈ, ਇਸੇ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਵੀ ਕਈ ਕਿਲੇ ਹਨ। ਲਾਹੌਰ ਦਾ ਸ਼ਾਹੀ ਕਿਲਾ ਬੜਾ ਮਜ਼ਬੂਤ ਕਿਲਾ, ਜਿੱਥੇ ਦਿਲਬਾਗ ਤੇ ਗੁਲਬਾਗ ਘੋੜੇ ਬੱਧੇ ਸਨ ਬਾਦਸ਼ਾਹ ਸ਼ਾਹਜਹਾਨ ਦੇ ਕਰਿੰਦਿਆਂ ਨੇ, ਤੇ ਬਹਾਦਰ ਬਾਬਾ ਬਿਧੀ ਚੰਦ ਜੀ ਉਸੇ ਕਿਲੇ ਵਿੱਚੋਂ ਘੋੜੇ ਕੱਢ ਕੇ ਲਿਆਏ ਸੀ। ਉਸੇ ਕਿਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਲੰਮਾ ਸਮਾਂ ਰਾਜ ਕਰਦੇ ਰਹੇ। ਇਹੋ ਜਿਹੇ ਵੱਡੇ ਵੱਡੇ ਕਿਲੇ, ਚਮੂ ਹੁੰਦੀ ਫੌਜ, ਚਮੂ ਜਿਸ ਪੈ ਜਿਸ ਪਾਸ ਬੜੀ ਫੌਜ ਹੈ, ਨਾ ਮਵਾਸ ਰਹਿਓ ਅਸ ਭਾਖੇ ਜੋ। ਮਵਾਸ ਹੁੰਦਾ ਆਕੀ, ਜਿਵੇਂ ਜੈਮਲ ਤੇ ਫਤਿਹ ਆਕੀ ਬਣ ਗਏ ਸਨ ਅਕਬਰ ਬਾਦਸ਼ਾਹ ਦੇ ਸਮੇਂ, ਬਗਾਵਤ ਕਰ ਦਿੱਤੀ ਸੀ ਉਹਨਾਂ ਨੇ। ਇਸੇ ਤਰ੍ਹਾਂ ਹੀ ਜਿਨ੍ਹਾਂ ਦਿੱਲੀ ਦੇ ਬਾਦਸ਼ਾਹ ਦੇ ਸਾਹਮਣੇ ਕੋਈ ਆਕੀ ਨਹੀਂ, ਕੋਈ ਬਾਗੀ ਨਹੀਂ ਹੋ ਸਕਿਆ, ਸਗੋਂ ਜਿਹਨੇ ਬਗਾਵਤ ਕੀਤੀ ਉਹਦੀ ਬਗਾਵਤ ਨੂੰ ਕੁਚਲ ਦਿੱਤਾ। ਭੂਪਤ ਪੂਰਬ ਦਛਨ ਕੋ ਉਨ ਪੱਛਮ ਕੇ ਨ੍ਰਿਪ ਸੈਲ ਜੇ ਹੋ। ਕਿਹੜੇ ਕਿਹੜੇ ਰਾਜੇ ਦਿੱਲੀ ਸਰਕਾਰ ਦੇ ਮੁਤਹਿਤ ਸਨ, ਅਧੀਨ ਸਨ? ਭੂਪਤ ਰਾਜੇ, ਪੂਰਬ ਦੇ ਰਾਜੇ, ਹਿੰਦੂ ਰਾਜੇ ਬਹੁਤ ਸਾਰੇ, ਜਿਹੜੇ ਆਪਣੇ ਧੀਆਂ ਦੇ ਡੋਲੇ ਦੇ ਕਰਕੇ ਦਿੱਲੀ ਸਰਕਾਰ ਦੇ ਕੋਲੋਂ ਰਾਜ ਭਾਗ ਜਗੀਰਾਂ ਪ੍ਰਾਪਤ ਕਰਦੇ ਸਨ। ਪੂਰਬ ਤੇ ਦਸ਼ਣ, ਦੱਖਣ ਦਾ ਇਲਾਕਾ, ਰਾਜਪੂਤ ਜਿੱਥੇ ਸਨ, ਇਸੇ ਤਰ੍ਹਾਂ ਮਰਹੱਟੇ। ਬਹੁਤ ਵੱਡੀ ਹਾਰ ਹੋਈ ਸੀ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਦੇ ਅੰਦਰ। ਆਮ ਕਿਤਾਬਾਂ ਵਿੱਚ ਪਾਣੀਪਤ ਦੀ ਲੜਾਈ ਬੜੀ ਪ੍ਰਸਿੱਧ ਹੈ। ਅਜਿਹਾ ਮਰਹੱਟਿਆਂ ਦਾ ਲੱਕ ਟੁੱਟਾ ਕਿ ਉਹ ਦੁਬਾਰਾ ਉੱਠ ਨਾ ਸਕੇ। ਗੁਰੂ ਕੇ ਸਿੱਖਾਂ ਨੇ ਬਹਾਦਰੀ ਦੇ ਕਾਰਨਾਮੇ ਫਿਰ ਵਿਖਾਏ। ਹਿੰਦੁਸਤਾਨੀਆਂ ਦੇ ਮਨਾਂ ਵਿੱਚ ਜੋ ਚਾਅ ਤੇ ਉਤਸ਼ਾਹ ਪੈਦਾ ਹੋਇਆ। ਦੱਖਣ ਦਾ ਇਲਾਕਾ, ਪੱਛਮ ਦਾ ਇਲਾਕਾ, ਨ੍ਰਿਪ ਸੈਲ ਜੇ ਹੋ, ਜਿਹੜੇ ਪਹਾੜੀ ਰਾਜੇ ਸਨ, ਜਿੰਨੇ 22 ਧਾਰ ਦੇ ਹੋਰ ਵੀ ਰਿਆਸਤਾਂ ਜਿਹੜੀਆਂ ਸਨ। ਆਨ ਕੁਮਾਨ ਕਡਾਨ ਕੋ ਦੀਤ ਕਿ ਸੀਵ ਕਰੈ ਰਹਿ ਹਾਜ਼ਰ ਸੋ। ਚੌਵਾਂ ਦਿਸ਼ਾਵਾਂ ਦੇ ਦੱਖਣ, ਉੱਤਰ, ਪੂਰਬ, ਪੱਛਮ, ਸਾਰੇ ਹਿੰਦੁਸਤਾਨ ਦੇ ਜਿੰਨੇ ਰਿਆਸਤੀ ਰਾਜੇ ਸਨ, ਦਿੱਲੀ ਸਰਕਾਰ ਦੀ ਆਣ ਮੰਨਦੇ ਸਨ। ਆਣ ਦਾ ਅਰਥ ਹੁੰਦਾ ਈਨ ਮੰਨਣੀ, ਮੁਤਹਿਤ ਹੋ ਕੇ ਚੱਲਣਾ। ਇਹ ਸਾਰੇ ਮਾਲੀਆ ਤੇ ਟੈਕਸ ਭਰਦੇ ਸਨ। ਇੱਥੋਂ ਤੱਕ ਆਪਣੀਆਂ ਸੋਹਣੀਆਂ ਸੁਨੱਖੀਆਂ ਧੀਆਂ ਤੇ ਭੈਣਾਂ ਦੇ ਡੋਲੇ ਦੇ ਕਰਕੇ ਵੀ ਇਹਨਾਂ ਨੇ ਰਾਜ ਭਾਗ ਲਏ। ਐਸਾ ਵੀ ਲਿਖਿਆ ਇਤਿਹਾਸ ਵਿੱਚ। ਸੋ ਦਾਨ ਕੋ ਦੇਤ, ਡੰਨ ਦਿੰਦੇ ਨੇ ਬਾਦਸ਼ਾਹ ਨੂੰ ਕਿ ਸੇਵ ਕਰੇ ਰਹਿ ਹਾਜ਼ਰ ਸੋ। ਬਾਦਸ਼ਾਹ ਦੀ ਅਧੀਨਗੀ ਪ੍ਰਵਾਨ ਕਰਕੇ, ਈਨ ਮੰਨ ਕਰਕੇ, ਬਾਦਸ਼ਾਹ ਦੇ ਕੋਲ ਰਹਿ ਕਰਕੇ ਬਾਦਸ਼ਾਹ ਦੀ ਸੇਵਾ ਕਰਦੇ ਹਨ। ਹਰ ਤਰ੍ਹਾਂ ਨਾਲ ਬਾਦਸ਼ਾਹ ਦੀ ਆਗਿਆ ਦਾ ਪਾਲਨ ਕਰਦੇ ਹਨ। ਕਬਿਤ ਦਿੱਲੀ ਪਤ ਭਇਓ ਜਹਾਂਗੀਰ, ਜਿਸ ਨਾਮ ਕਹਿ
ਆਦਿਕ ਪ੍ਰਤਾਪ ਤੁਰ ਕੇਸ਼ਰ ਕੋ ਜਾਨੀਏ। ਦਿੱਲੀ ਦਾ ਪੱਤ, ਦਿੱਲੀ ਦਾ ਬਾਦਸ਼ਾਹ, ਜਿਸ ਦਾ ਨਾਮ ਜਹਾਂਗੀਰ ਕਿਹਾ ਜਾਂਦਾ ਹੈ, ਜੋ ਬਹੁਤ ਵੱਡਾ ਤੁਰਕੇਸ਼ਰ, ਤੁਰਕਾਂ ਦਾ ਈਸ਼ਰ, ਤੁਰਕਾਂ ਦਾ ਸੁਆਮੀ ਬਾਦਸ਼ਾਹ, ਬੜੀ ਭਾਰੀ ਫੌਜ ਦਾ ਮਾਲਕ ਹੈ। ਇਹਦੇ ਬਾਪ ਅਕਬਰ ਨੇ, ਕਿਉਂਕਿ ਮੁਗਲਾਂ ਦਾ ਰਾਜ ਬਾਬਰ ਤੋਂ ਸ਼ੁਰੂ ਹੋਇਆ। ਬਾਬਰ ਦਾ ਪੁੱਤਰ ਹਮਾਂਜੂ, ਹਮਾਂਜੂ ਦਾ ਪੁੱਤਰ ਹੈ ਅਕਬਰ, ਅਕਬਰ ਦਾ ਪੁੱਤਰ ਸੀ ਜਹਾਂਗੀਰ, ਜਹਾਂਗੀਰ ਦਾ ਪੁੱਤਰ ਸ਼ਾਹਜਹਾਨ, ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ, ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ। ਇਹ ਸਾਰੇ ਮੁਗਲਾਂ ਦੀ ਵੰਸ਼ ਸੀ। ਸੋ ਇਹ ਬਾਬਰ ਦੇ ਵੰਸ਼ ਵਿੱਚੋਂ ਜੋ ਅਕਬਰ ਦਾ ਪੁੱਤਰ ਹੈ ਜਹਾਂਗੀਰ, ਅਕਬਰ ਦੇ ਸਮੇਂ ਹਿੰਦੁਸਤਾਨ ਦੇ 22 ਸੂਬੇ ਸਨ, ਵੱਡੇ ਸੂਬੇ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਫੌਜਦਾਰ ਉਸਨੇ ਆਪਣੇ ਨੀਅਤ ਕਰ ਰੱਖੇ ਸਨ ਕਿ ਕੋਈ ਕਿਸੇ ਇਲਾਕੇ ਵਿੱਚ ਕੋਈ ਬਗਾਵਤ ਨਾ ਕਰੇ। ਗੁਰੂ ਘਰ 'ਚ ਬੜੀ ਆਸਥਾ ਤੇ ਸ਼ਰਧਾ ਰੱਖਦਾ ਸੀ ਅਕਬਰ। ਉਸ ਅਕਬਰ ਦਾ ਪੁੱਤਰ ਹੈ ਜਹਾਂਗੀਰ, ਜਿਹਦਾ ਇਤਿਹਾਸ ਹੁਣ ਸ਼ੁਰੂ ਹੋਇਆ। ਦਿੱਲੀ ਦਾ ਪਤੀ, ਦਿੱਲੀ ਦਾ ਮਾਲਕ ਜਹਾਂਗੀਰ ਬਣਿਆ, ਜਿਸ ਦਾ ਨਾਮ ਜਹਾਂਗੀਰ ਆਖਿਆ ਜਾਂਦਾ। ਅਦਕ ਪ੍ਰਤਾਪ, ਜਿਹਦਾ ਤੇਜ ਪ੍ਰਤਾਪ ਬੜਾ ਸੀ ਤੇ ਤੁਰਕਾਂ ਦੇ ਅੰਦਰ ਬੜਾ ਮਾਣ ਸਨਮਾਨ ਨਾਲ ਜਾਣਿਆ ਜਾਂਦਾ ਸੀ। ਜਿਹੜੇ ਨਕਸ਼ਬਾਜ਼ੀਏ ਸਨ, ਉਹਨਾਂ ਨੇ ਬੜੀਆਂ ਸ਼ਿਕਾਇਤਾਂ ਲਾਈਆਂ ਸੀ ਗੁਰੂ ਘਰ ਦੀਆਂ ਜਹਾਂਗੀਰ ਦੇ ਕੋਲ ਜਾ ਕਰਕੇ। ਨਕਸ਼ਬੰਦੀਆਂ ਦੀਆਂ ਸ਼ਿਕਾਇਤਾਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗ੍ਰਿਫਤਾਰੀ ਹੋਈ ਸੀ, ਸਾਹਿਬਾਂ ਦੀ ਸ਼ਹਾਦਤ ਹੋਈ। ਜਿਹੜੇ ਸਖੀ ਸਰਵਰੀਏ ਸਨ, ਨਕਸ਼ਬੰਦੀਏ ਸਨ, ਕਿਉਂਕਿ ਇਹਨਾਂ ਨੇ ਮਹਿਸੂਸ ਕੀਤਾ ਕਿ ਇਸਲਾਮ ਮਤ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪ੍ਰਚਾਰ ਨਾਲ ਬੜੀ ਵੱਡੀ ਢਾਹ ਲੱਗ ਰਹੀ ਹੈ। ਜਿੰਨਾ ਚਿਰ ਗੁਰੂ ਅਰਜਨ ਦੇਵ ਜਿਉਂਦਾ, ਸਾਡਾ ਇਸਲਾਮ ਪੰਜਾਬ ਦੇ ਵਿੱਚ ਵੱਧ ਨਹੀਂ ਸਕਦਾ। ਇਸ ਵਾਸਤੇ ਇਹਨਾਂ ਨਕਸ਼ਬੰਦੀਆਂ ਨੇ ਤੇ ਸਖੀ ਸਰਵਰ ਵਰਗਿਆਂ ਨੇ ਸ਼ਿਕਾਇਤਾਂ ਲਾਈਆਂ ਸਨ। ਸਖੀ ਸਰਵਰ ਨੂੰ ਮੰਨਣ ਵਾਲੇ ਉਹਦੇ ਚੇਲਿਆਂ ਨੇ। ਸੋ ਜਿਸ ਦਾ ਰਾਜ ਭਾਗ ਬੜਾ ਵੱਡਾ ਸੀ ਜਹਾਂਗੀਰ ਦਾ, ਤੇ ਤੁਰਕਾਂ ਦੇ ਵਿੱਚ ਸਾਰੇ ਥਾਵਾਂ ਤੇ ਜੋ ਜਾਣਿਆ ਜਾਂਦਾ ਹੈ। ਕੂਸ਼ ਮੈਂ ਦਰਬ ਮਹਾਂ ਦੇਤ ਲੇਤ ਜਹਾਂ ਕਾ, ਅਪਰ ਸਮਾਜ ਕਹਾਂ ਗਿਨ ਬੇ ਮੈਂ ਆਨੀਏ। ਜਿਹਦਾ ਕੋਸ਼ ਹੁੰਦਾ ਖਜ਼ਾਨਾ, ਖਜ਼ਾਨੇ ਵਿੱਚ ਇੰਨਾ ਪੈਸਾ ਆਉਂਦਾ ਕੋਈ ਹਿਸਾਬ ਹੀ ਨਹੀਂ, ਕੋਈ ਗਿਣਤੀ ਮਿਣਤੀ ਨਹੀਂ ਹੈ। ਲੈਣਾ ਦੇਣਾ ਹਿਸਾਬ ਕਿਤਾਬ, ਬੜਾ ਵੱਡਾ ਸਮਾਜ, ਕਹਾਂ ਗਿਣਵੇਂ ਮੈਂ ਆਨੀਏ, ਕਿੱਥੋਂ ਗਿਣਤੀ ਵਿੱਚ ਆ ਸਕਦਾ ਹੈ। ਕਿਉਂਕਿ ਇਹਨਾਂ ਰਾਜ ਭਾਗ ਦਾ ਪਸਾਰਾ ਤੇ ਖਲਾਰਾ ਹੈ। ਕਿੱਧਰੋਂ ਕਿੰਨਾ ਟੈਕਸ ਆ ਰਿਹਾ, ਮਾਲੀਆ ਆ ਰਿਹਾ, ਕਿੱਧਰ ਕਿੰਨੇ ਪੈਸੇ ਲੱਗ ਰਹੇ, ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ, ਕੋਈ ਗਿਣਤੀ ਮਿਣਤੀ, ਕੋਈ ਹਿਸਾਬ ਕਿਤਾਬ ਨਹੀਂ ਹੈ। ਚਾਰੋਂ ਦਿਸ਼ ਮਾਹੇ ਤਰਾਸ, ਜੁੱਧ ਤੇ ਨਿਰਾਸ ਭੈ, ਹਾਥ ਬੰਦ ਆਨ ਪਾਸ ਜੀਵਨ ਕੋਠਾਨੀਏ। ਸੋ ਚੌਵਾਂ ਦਿਸ਼ਾਵਾਂ ਤੋਂ ਬਹੁਤ ਭਾਰੀ ਤਰਾਸ, ਮਨਾਂ ਦੇ ਅੰਦਰ ਡਰ ਤੇ ਭੈ ਧਾਰਨ ਕਰਕੇ ਜਿਹੜੇ ਲੋਕ ਡਰ ਗਏ ਸਨ, ਬੁਝਦਲੀ ਮਨ ਵਿੱਚ ਜਿਨ੍ਹਾਂ ਨੇ ਧਾਰਨ ਕਰ ਲਏ, ਇਹੋ ਜਿਹੇ ਲੋਕ ਬਾਦਸ਼ਾਹ ਦੇ ਕੋਲ ਆ ਕਰਕੇ ਸ਼ਰਨ ਲੈ ਕਰਕੇ ਹੱਥ ਬੰਨ੍ਹ ਕੇ ਬੇਨਤੀਆਂ ਕਰਦੇ ਹਨ। ਰੰਕ ਦੇਹ ਰਾਜਾ ਕਰ, ਰਾਜਾ ਕੋ ਬਨਾਵੇ ਰੰਕ, ਐਸੋ ਪਾਤਸ਼ਾਹ ਭਇਓ ਐਸ਼ਵਰਜ ਮਹਾਨੀਏ। ਪਹਾੜੀ ਰਾਜੇ ਵੀ ਸਾਰੇ ਬਾਦਸ਼ਾਹ ਦਿੱਲੀ ਦੀ ਈਨ ਬਣਦੇ ਨੇ। ਬਾਦਸ਼ਾਹ ਕੋਲ ਇੰਨੀ ਤਾਕਤ ਹੈ ਕਿ ਗਰੀਬਾਂ ਨੂੰ ਰਾਜਾ ਬਣਾ ਦੇਵੇ ਤੇ ਰਾਜਿਆਂ ਨੂੰ ਕੰਗਾਲ ਕਰ ਦੇਵੇ। ਕਲਗੀਧਰ ਪਾਤਸ਼ਾਹ ਨੇ ਵੀ ਕਿਹਾ ਸੀ ਰੁਕਨਦੀਨ ਕਾਜੀ ਨੂੰ ਮੋਹਰ ਜੇਬ ਵਿੱਚੋਂ ਕੱਢ ਕਰਕੇ, ਪਹਿਲਾਂ ਬਹਾਦਰ ਸ਼ਾਹ ਵੱਲ ਇਸ਼ਾਰਾ ਕੀਤਾ ਸੀ ਕਿ ਬਹਾਦਰ ਸ਼ਾਹ ਜਿਉਂਦੀ ਜਾਗਦੀ ਕਰਾਮਾਤ ਹੈ। ਜਦੋਂ ਉਸਨੇ ਕਿਹਾ ਕਿ ਮੈਨੂੰ ਟਾਲੋ ਨਾ ਸਾਹਿਬਾ, ਮੋਹਰ ਕੱਢੀ ਜੇਬ ਵਿੱਚੋਂ ਕਿ ਮਾਇਆ ਕਰਾਮਾਤ ਹੈ, ਕਹਿਣ ਲੱਗਾ ਮੈਂ ਤੁਹਾਡੀ ਕਰਾਮਾਤ ਵੇਖਣੀ ਚਾਹੁੰਦਾ। ਉਹ ਸਜਦ ਬੜਾ ਦੁਸ਼ਟ ਸੁਭਾਅ ਵਾਲਾ ਸੀ ਤੇ ਕਲਗੀਧਰ ਜੀ ਨੇ ਮਿਆਨ ਚੋਂ ਤੇਗ ਖਿੱਚੀ, ਸਿਰ ਕਰਦੀ ਕਹਿਣ ਲੱਗੇ ਅੱਗੇ ਆ, ਤੈਨੂੰ ਕਰਾਮਾਤ ਵਿਖਾਈਏ। ਇਹ ਤੇਗ ਵੱਡੀ ਕਰਾਮਾਤ ਹੈ। ਥਰ ਥਰ ਕਰਕੇ ਉਹ ਸਜਦ ਕੰਬਿਆ। ਬਹਾਦਰ ਸ਼ਾਹ ਨੇ ਤਖਤ ਤੋਂ ਉੱਠ ਕੇ ਕਲਗੀਧਰ ਜੀ ਦੇ ਕੋਲੋਂ ਮਾਫੀ ਮੰਗੀ ਸੀ। ਇਹਨਾਂ ਗੁਸਤਾਖਾਂ ਨੂੰ ਨਹੀਂ ਪਤਾ ਕਿ ਘਰ ਆਏ ਮਹਿਮਾਨ ਦੀ ਇੱਜ਼ਤ ਆਦਰ ਕਿਵੇਂ ਕੀਤਾ ਜਾਂਦਾ ਹੈ। ਉਹ ਬਾਦਸ਼ਾਹ ਜਹਾਂਗੀਰ ਜਿਹਦਾ ਡੰਕਾ ਸਾਰੇ ਪਾਸੇ ਵੱਜਦਾ, ਵੱਡੇ ਵੱਡੇ ਨਾਢੂ ਖਾਂ ਖਵਾਉਣ ਵਾਲੇ ਜਿਹਦੇ ਅੱਗੇ ਆ ਕੇ ਈਨ ਮੰਨਦੇ ਨੇ। ਜੇ ਬਾਦਸ਼ਾਹ ਚਾਹੇ ਤੇ ਗਰੀਬਾਂ ਨੂੰ ਰਾਜੇ ਬਣਾ ਦੇਵੇ, ਰਾਜਿਆਂ ਦੇ ਕੋਲੋਂ ਰਾਜ ਭਾਗ ਖੋਹ ਲਵੇ। ਐਸੋ ਪਾਤਸ਼ਾਹੇ ਭਇਓ ਐਸਵਰਜ ਮਹਾਨੀਏ। ਐਸਵਰਜ ਹੁੰਦੀ ਧਨ ਵਿਭੂਤੀ ਸੰਪਤੀ। ਐਡਾ ਵੱਡਾ ਜਹਾਂਗੀਰ ਦਾ ਰਾਜ ਭਾਗ ਹੈ, ਉਸ ਦੇ ਪਿਓ ਦਾ ਫਲਾਇਆ ਹੋਇਆ ਰਾਜ ਅਕਬਰ ਦਾ।
ਕਿ ਕੋਈ ਪੈਸੇ ਦਾ ਕੋਈ ਸੰਪਤੀ ਦਾ ਅੰਤ ਪਾਰਾਵਾਰ ਨਹੀਂ ਹੈ। ਕਵਿਤ ਤਾਂਕੂ ਹੈ ਦੀਵਾਨ ਏਕ ਚੰਦੂ ਨਾਮ ਅਵਵੇਕ ਗੁਰੂ ਪਰਮੇਸ਼ਰ ਮਹਾਤਮ ਨ ਜਾਣਈ। ਭਾਈ ਸਾਹਿਬ ਜੀ ਨੇ ਇਹ ਪਹਿਲਾਂ ਜਿਹੜਾ ਇਤਿਹਾਸ ਸੁਣਾਇਆ ਇਹਨੂੰ ਕਹਿੰਦੇ ਸਮਕਾਲੀ ਇਤਿਹਾਸ। ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਜੀਵਨ ਦੀ ਇੱਕ ਖੂਬੀ ਹੈ ਕਿ ਉਹਨਾਂ ਨੇ ਜਿੱਥੇ ਸਤਿਗੁਰੂ ਦਾ ਇਤਿਹਾਸ ਜੀਵਨ ਬਿਰਤਾਂਤ ਲਿਖਿਆ, ਵਰਣਨ ਕੀਤਾ, ਉੱਥੇ ਨਾਲ ਉਸ ਸਮੇਂ ਦੇ ਜਿਹੜੇ ਸਮਾਜਿਕ ਹਾਲਾਤ ਸਨ ਜਾਂ ਰਾਜਨੀਤਿਕ ਹਾਲਾਤ ਸਨ ਉਹਨਾਂ ਨੂੰ ਬਾਖੂਬੀ ਵਰਣਨ ਕੀਤਾ ਹੈ ਕਿ ਸੰਸਾਰ ਦੇ ਅੰਦਰ ਬਾਦਸ਼ਾਹਾਂ ਦੇ ਘਰਾਂ ਵਿੱਚ ਉਤਰਾ ਚੜ੍ਹਾ ਕਿਵੇਂ ਆਏ, ਉਹਨਾਂ ਦੇ ਵਜ਼ੀਰਾਂ ਦਾ ਅਹਿਲਕਾਰਾਂ ਦਾ ਜੀਵਨ ਕਿਹੋ ਜਿਹਾ ਸੀ, ਇਸ ਦਾ ਵੀ ਵਰਣਨ ਕੀਤਾ। ਬਾਦਸ਼ਾਹ ਦੇ ਬਾਰੇ ਵਰਣਨ ਕਰਕੇ ਉਹਦੇ ਵਜ਼ੀਰ ਬਾਰੇ ਦੱਸ ਰਹੇ ਨੇ ਜਿਹੜਾ ਦੀਵਾਨ ਸੀ ਉਸ ਸਮੇਂ। ਤਾਕੋ ਹੈ ਦੀਵਾਨ ਏਕ ਚੰਦੂ ਨਾਮ ਅਵਵੇਕ, ਉਸ ਬਾਦਸ਼ਾਹ ਜਹਾਂਗੀਰ ਦਾ ਇੱਕ ਦੀਵਾਨ ਹੈ ਜਿਹੜਾ ਅਵਵੇਕ ਦਾ ਅਰਥ ਹੈ ਮੂਰਖ ਹੈ, ਅਗਿਆਨੀ ਹੈ, ਬੇਸਮਝ ਹੈ। ਗੁਰੂ ਪਰਮੇਸ਼ਰ ਮਹਾਤਮ ਨਾ ਜਾਣਾਈ, ਨਾ ਗੁਰੂ ਦਾ ਨਾ ਪਰਮੇਸ਼ਰ ਦਾ ਉਹ ਮਹਾਤਮ ਜਾਣਦਾ ਹੀ ਨਹੀਂ ਕਿ ਗੁਰੂ ਪਰਮੇਸ਼ਰ ਦੀ ਸੇਵਾ ਕੀਤੀ ਹੋਈ ਦਾ ਕਿੰਨਾ ਫਲ ਆਦੇਸ਼ ਹੈ, ਕੀ ਮਹਾਤਮ ਹੈ, ਕੀ ਪ੍ਰਾਪਤ ਹੁੰਦਾ ਹੈ। ਇਸ ਗੱਲ ਤੋਂ ਮਹਾਮੂਰਖ ਚੰਦੂ ਜਿਹੜਾ ਉਹ ਅਣਜਾਣ ਹੈ। ਮਾਇਆ ਮਦ ਮਤ ਮੂੜ ਕੁਮਤ ਅਰੂੜ ਰਹਿ ਹੁਕਮ ਚਲਾਵਤ ਹੰਕਾਰ ਕੈ ਮਹਾਨਈ। ਇਹ ਮਾਇਆ ਦੇ ਮਦ ਹੁੰਦਾ ਹੈ ਹੰਕਾਰ, ਮਾਇਆ ਦੇ ਮਦ ਚ ਮਾਤੋ ਹੁੰਦਾ ਮਸਤ, ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ। ਮੂੜ ਕੁਮਤ ਅਰੂੜ ਰਹੇ, ਮੂੜ ਖੋਟੀ ਮਤ ਵਾਲਾ, ਭ੍ਰਿਸ਼ਟ ਬੁੱਧੀ ਵਾਲਾ, ਬਹੁਤ ਮੂਰਖ ਪੁਣੇ ਦੇ ਵਿੱਚ ਫਸਿਆ ਰਹਿੰਦਾ ਹੈ, ਹੰਕਾਰ ਦੇ ਨਸ਼ੇ ਦੇ ਵਿੱਚ ਫਸਿਆ ਹੈ, ਐਨ ਲੀਨ ਰਹਿੰਦਾ ਹੈ। ਤੇ ਹੰਕਾਰੀ ਹੋਇਆ ਇਹ ਦੁਸ਼ਟ ਚੰਦੂ ਹੁਕਮ ਚਲਾਵਤ, ਆਪਣਾ ਬਹੁਤ ਵੱਡਾ ਭਾਰੀ ਸਾਰੇ ਥਾਵਾਂ ਤੇ ਹੁਕਮ ਚਲਾਉਂਦਾ ਹੈ। ਪਾਤਸ਼ਾਹੀ ਲੋਕ ਸਭ ਮਨ ਆਨ ਠਾਨੈ ਨਮ, ਚਾਹੇ ਜਿਮ ਕਰੈ ਤਿਮ ਦੋਸ਼ ਜਿਸ ਮਾਨਈ। ਤੇ ਬਾਦਸ਼ਾਹੀ ਲੋਕ ਇੱਥੋਂ ਤੱਕ ਕਿ ਬਾਦਸ਼ਾਹ ਦੇ ਨਿਕਟਵਰਤੀ ਲੋਕ ਵੀ ਇਹਦੇ ਸਾਰੇ ਆਨ ਈਨ ਮੰਨਦੇ ਨੇ। ਜੋ ਚੰਦੂ ਕਹਿ ਦਿੰਦਾ ਦੀਵਾਨ ਉਹ ਸਾਰੇ ਦਾ ਹੁਕਮ ਮੰਨਦੇ ਨੇ, ਇਹਦੇ ਅੱਗੇ ਨਮੋ ਠਾਨੇ ਨਮਸਕਾਰਾਂ ਕਰਦੇ ਨੇ। ਜਿਵੇਂ ਚਾਹੁੰਦਾ ਹੈ ਉਸੇ ਤਰ੍ਹਾਂ ਕਰਦਾ ਤੇ ਸਾਰਾ ਦੇਸ਼ ਇਹਦੀ ਆਗਿਆ ਅਨੁਸਾਰ ਚੱਲਦਾ ਹੈ। ਏਕ ਸੁਤਾ ਭਈ ਤਾਂ ਕੋ ਨਾਮ ਰਾਖਿਓ ਸਦਾ ਕੌਰ, ਕਲਹ ਅਵਤਾਰੀ ਦੋਨੋਂ ਲੋਕ ਪਿਤ ਹਾਨਈ। ਇਸ ਦੁਸ਼ਟ ਚੰਦੂ ਦੇ ਘਰ ਵਿੱਚ ਇੱਕ ਬੱਚੀ ਨੇ ਜਨਮ ਲਿਆ। ਉਸ ਸੁਤਾ ਹੁੰਦੀ ਧੀ ਪੁੱਤਰੀ। ਏਕ ਸੁਤਾ ਭਈ, ਇਹਦੇ ਘਰ ਵਿੱਚ ਇੱਕ ਬੱਚੀ ਇੱਕ ਧੀ ਪੈਦਾ ਹੋਈ। ਤਾਕੋ ਨਾਮ ਰਾਖਿਓ ਸਦਾ ਕੌਰ, ਉਸ ਬੱਚੀ ਦਾ ਨਾਮ ਰੱਖਿਆ ਇਹਨੇ ਸਦਾ ਕੌਰ। ਕਹਿੰਦੇ ਧੀ ਕਾਦੀ ਸੀ? ਕਲਾ ਅਵਤਰੀ, ਸਮਝੋ ਕਿ ਕਲਾ ਕਲੇਸ਼ ਨੇ ਹੀ ਅਵਤਾਰ ਧਾਰਨ ਕੀਤਾ ਹੈ। ਲੜਾਈ ਝਗੜੇ ਦੇ ਰੂਪ ਵਿੱਚ ਉਹ ਬੱਚੀ ਸਮਝੋ ਕਿ ਜਨਮੀ ਹੈ। ਜਿਸ ਬੱਚੀ ਨੇ ਕਹਿੰਦੇ ਦੋਨੋਂ ਲੋਕ ਪਿਤ ਹਾਨੀ, ਆਪਣੇ ਪਿਤਾ ਦੁਸ਼ਟ ਚੰਦੂ ਦਾ ਲੋਕ ਤੇ ਪਰਲੋਕ ਹੀ ਖਰਾਬ ਕਰ ਦੇਣਾ ਹੈ। ਸੋ ਇਹੋ ਜੀ ਸੰਤਾਨ ਚੰਦੂ ਦੇ ਘਰ ਵਿੱਚ ਪੈਦਾ ਹੋਏ। ਕਵਿਤ ਸਾਤਮੇ ਬਰਖ ਬਿਖ ਸੁਤ ਜਬ ਹੇਰੀ ਨੇ, ਕਰੋ ਸੰਵੰਧ ਕਹੂੰ ਐਸੇ ਮਨ ਆਨਿਓ। ਜਦੋਂ ਚੰਦੂ ਦੀ ਬੇਟੀ ਸਦਾ ਕੌਰ 7ਵੇਂ ਸਾਲ ਵਿੱਚ ਪ੍ਰਵੇਸ਼ ਹੋਈ, 7 ਸਾਲਾਂ ਦੀ ਹੋਈ, ਇਸ ਨੇ 7 ਸਾਲਾਂ ਦੀ ਹੋਈ ਆਪਣੀ ਧੀ ਵੇਖ ਕੇ, ਪੁਰਾਣੇ ਸਮੇਂ ਵਿੱਚ ਬਾਲ ਵਿਆਹ ਹੁੰਦੇ ਸੀ, ਬਚਪਨ ਦੇ ਵਿੱਚ ਹੀ ਸਗਾਈ ਕਰਕੇ ਵਿਆਹ ਕਰ ਦਿੱਤਾ ਜਾਂਦਾ ਸੀ। ਜਦੋਂ ਲੜਕੀ ਜਾਂ ਲੜਕਾ ਹੋਸ਼ ਸੰਭਾਲਦੇ ਸੀ 18-19 ਸਾਲ ਦੀ ਉਮਰ 'ਚ ਡੋਲਾ ਲਿਆਂਦਾ ਜਾਂਦਾ ਸੀ ਦੁਬਾਰਾ ਫਿਰ। ਸੋ ਇਸ ਤਰੀਕੇ ਨਾਲ ਇਹ ਪੁਰਾਣੀ ਬਾਲ ਵਿਆਹ ਦੀ ਰੀਤੀ ਚੱਲਦੀ ਸੀ। ਫਿਰ ਮੁਕਲਾਵਾ ਲੈ ਕੇ ਆਇਆ ਜਾਂਦਾ ਸੀ, ਉਹਨੂੰ ਮੁਕਲਾਵਾ ਲਿਆਉਣਾ ਕਹਿੰਦੇ ਸਨ। ਸੋ ਚੰਦੂ ਨੇ ਵਿਚਾਰ ਕੀਤਾ ਕਿ ਬੱਚੀ 7 ਸਾਲਾਂ ਦੀ ਹੋ ਗਈ, ਸੰਬੰਧ ਦੇ ਯੋਗ ਹੋ ਗਈ ਹੈ। ਇਸ ਵਾਸਤੇ ਦੇ ਮਨ 'ਚ ਵਿਚਾਰ ਆਇਆ ਕਿ ਕਿਤੇ ਚੰਗੀ ਥਾਂ ਵੇਖ ਕੇ ਧੀ ਦਾ ਰਿਸ਼ਤਾ ਕਰ ਦਿੱਤਾ ਜਾਵੇ। ਵਿਪਰ ਕੋ ਬੁਲਾਇਓ ਸਮਝਾਇਓ ਮੇਲ ਦੰਪਤ ਨੇ, ਸੰਪਤ ਹਮਾਰੇ ਸਮ ਸਦਨ ਮਹਾਨਿਓ। ਇਹਨੇ ਜਿਹੜਾ ਪ੍ਰੋਤ ਵਿਪਰ ਸੀ ਨਾ, ਆਪਣਾ ਪ੍ਰੋਤ ਉਸ ਪੰਡਿਤ ਬ੍ਰਾਹਮਣ ਨੂੰ ਸੱਦ ਲਿਆ ਤੇ ਸੱਦ ਕੇ ਸਮਝਾਇਆ ਕਿ ਪੰਡਤਾ ਇਹੋ ਜਿਹਾ ਘਰ ਵੇਖੀ
ਦੰਪਤ ਹੁੰਦੇ ਪਤੀ ਪਤਨੀ। ਚੰਦੂ ਤੇ ਚੰਦੂ ਦੀ ਘਰ ਵਾਲੀ ਦੋਵਾਂ ਨੇ ਸਮਝਾਇਆ ਕਿ ਜਿਸ ਘਰ ਵਿੱਚ ਸਾਡੀ ਬੱਚੀ ਦਾ ਰਿਸ਼ਤਾ ਕਰਨਾ ਸਦਾ ਕੌਰ ਦਾ, ਉਹ ਘਰ ਹਮਾਰੇ ਸਮ ਸਦਨ ਮਹਾਨਿਓ। ਮਹਾਨਿਓ ਸਾਡੇ ਘਰ ਵਰਗਾ ਹੀ ਹੋਵੇ, ਮਹਾਨ ਘਰ ਹੋਵੇ। ਉੱਚੀ ਕੁਲ ਹੋਏ ਲਿਹੋ ਬ੍ਰਿੰਦਪੁਰ ਜੋਏ ਤੁਮ, ਸੁੰਦਰ ਸਰੂਪ ਬਾਰ ਖੋਜੋ ਸਭ ਥਾਨਿਓ। ਤਿੰਨ ਚੀਜ਼ਾਂ ਵੇਖਣ ਵਾਸਤੇ ਚੰਦੂ ਨੇ ਆਖਿਆ ਆਪਣੀ ਧੀ ਵਾਸਤੇ। ਇੱਕ ਤਾਂ ਸਾਡੇ ਸਦਰਸ਼ ਘਰ ਵਿੱਚ ਧਨ ਦੌਲਤ ਵਿਭੂਤੀ ਬਹੁਤੀ ਹੋਵੇ, ਦੂਜੀ ਉੱਚੀ ਕੁਲ ਖਾਨਦਾਨ ਉੱਚਾ ਹੋਵੇ, ਤੀਜਾ ਬਾਲਕ ਜਿਹੜਾ ਨਾ ਬੜਾ ਸੋਹਣੇ ਸਰੂਪ ਵਾਲਾ ਹੋਵੇ, ਕੁਝਾ ਨਾ ਹੋਵੇ, ਸਗੋਂ ਸੁੰਦਰ ਸਰੂਪ ਵਾਲਾ ਬੱਚਾ ਹੋਵੇ ਜਿਹੜਾ ਮੇਰਾ ਜਵਾਈ ਦਮਾਦ ਬਣਨਾ ਹੈ। ਲਿਹੋ ਬ੍ਰਿੰਦਪੁਰ ਜੋਏ ਤੁਮ, ਪੁਰ ਹੁੰਦੇ ਸ਼ਹਿਰ ਨਗਰ ਪਿੰਡ ਕਸਬੇ, ਸਾਰੇ ਥਾਵਾਂ ਨਹਿਰਾਂ ਨਗਰਾਂ ਸ਼ਹਿਰਾਂ ਕਸਬਿਆਂ ਵਿੱਚ ਜੋਏ ਹੁੰਦਾ ਵੇਖਣਾ। ਸਾਰੇ ਥਾਵਾਂ ਤੇ ਵੇਖ ਕਰਕੇ ਤੁਸੀਂ ਚੰਗਾ ਵਰ ਢੂੰਡਣਾ ਕਰੋ। तीनों है एकत्र तो चित्र बात जानो मन, आलस न कीजे फिर बेको नित ठानियो। ਤੇ ਮੇਰੀ ਧੀ ਦਾ ਰਿਸ਼ਤਾ ਉੱਥੇ ਕਰਕੇ ਆਓ ਜਿੱਥੇ ਤਿੰਨ ਚੀਜ਼ਾਂ ਇਕੱਠੀਆਂ ਹੋਣ। ਪਹਿਲੀ ਧਨ ਵਿਭੂਤੀ ਘਰ ਵਿੱਚ ਹੋਵੇ, ਦੂਜਾ ਕੁਲ ਚੰਗੀ ਖਾਨਦਾਨ ਚੰਗਾ ਹੋਵੇ, ਤੀਜਾ ਬਾਲਕ ਵਰ ਬੜਾ ਸੋਹਣਾ ਹੋਵੇ। ਤੇ ਇਸ ਤਰ੍ਹਾਂ ਤਿੰਨੇ ਚੀਜ਼ਾਂ ਜਿੱਥੇ ਇਕੱਠੀਆਂ ਹੋਣ ਤਾਂ ਵਿਚਿੱਤਰ ਬਾਤ ਜਾਣੋ, ਤਾਂ ਬੜੀ ਚੰਗੀ ਗੱਲ ਸੁੰਦਰ ਗੱਲ ਬਣੇਗੀ। ਆਲਸ ਨਾ ਕੀਜੈ, ਆਲਸ ਨਾ ਕਰਿਓ ਕਿ ਇੱਥੇ ਨੇੜੇ ਡਿੱਗ ਪਾਓ ਕਿ ਇਸ ਪਿੰਡ ਵਿੱਚ ਬੱਚਾ ਸੋਹਣਾ ਉੱਥੇ ਕਰੋ, ਨਹੀਂ। ਸਾਰੇ ਥਾਵਾਂ ਤੇ ਫਿਰ ਤੁਰ ਕਰਕੇ ਪ੍ਰੇਮ ਦੇ ਨਾਲ ਵਰਦੀ ਭਾਲ ਤੇ ਢੂੰਡ ਕਰੋ। ਕਬਿਤ ਹਮ ਸਮ ਧਨ ਹੋਏ, ਉੱਚੋ ਵੰਸ ਸ਼ੁੱਧ ਹੋਏ, ਸੁੰਦਰ ਸਰੂਪ ਹੋਏ, ਬਾਹਰ ਦੇਖ ਲੀਜੀਏ। ਸਾਡੇ ਵਾਂਗ ਹੀ ਉਹਨਾਂ ਕੋਲ ਧਨ ਪਦਾਰਥ ਹੋਵੇ, ਉੱਚੀ ਕੁਲ ਸ਼ੁੱਧ ਵੰਸ਼ ਹੋਵੇ, ਕਲੰਕਿਤ ਵੰਸ਼ ਨਾ ਹੋਵੇ। ਕਈ ਕੁਲਾਂ ਐਸੀਆਂ ਉਹਨਾਂ ਦੇ ਵੱਡਿਆਂ ਨੇ ਇਹੋ ਜਿਹਾ ਕੰਮ ਕੀਤਾ ਕਿ ਉਹ ਪੀੜ੍ਹੀ ਦਰ ਪੀੜ੍ਹੀ ਉਹ ਕਲੰਕ ਨਹੀਂ ਜਾਂਦਾ। ਕਹਿੰਦੇ ਫਲਾਨਿਆਂ ਦੀ ਗੱਲ ਕਰਦੇ ਜੇ, ਉਹਨਾਂ ਦੇ ਤਾਂ ਬਜ਼ੁਰਗ ਇੰਨੇ ਮਾੜੇ ਸਾਨੂੰ ਤਾਂ ਆਹ ਕੰਮ ਕੀਤਾ ਸੀ। ਇੱਕ ਦੀ ਕੀਤੀ ਹੋਈ ਗਲਤੀ ਗਾਂ ਪੀੜ੍ਹੀਆਂ ਤੱਕ ਜਾਂਦੀ ਹੈ, ਉਹਨਾਂ ਦੇ ਖਾਨਦਾਨ ਦਾ ਨਾਮ ਹੀ ਇਹੋ ਜਿਹਾ ਪੈ ਜਾਂਦਾ, ਕੋਈ ਧੀ ਭੈਣ ਦਾ ਰਿਸ਼ਤਾ ਕਰਕੇ ਨਹੀਂ ਰਾਜੀ ਹੁੰਦਾ। ਚੰਦੂ ਕਹਿਣ ਲੱਗਾ ਇਸ ਗੱਲ ਦਾ ਧਿਆਨ ਰੱਖਿਓ, ਉੱਚੋ ਵੰਸ਼ ਸ਼ੁੱਧ ਹੋਏ, ਕੁਲ ਉੱਚੀ ਹੋਵੇ ਤੇ ਸ਼ੁੱਧ ਵੀ ਹੋਵੇ, ਕੁਲ ਕਲੰਕਿਤ ਨਾ ਹੋਵੇ, ਖਾਨਦਾਨ ਚੰਗਾ ਹੋਵੇ, ਸੁੰਦਰ ਸਰੂਪ ਹੋਏ, ਬਾਹਰ ਦੇਖ ਲੀਜੀਏ, ਬੱਚੇ ਦਾ ਸੋਹਣਾ ਸਰੂਪ ਹੋਵੇ, ਇਹੋ ਜਿਹਾ ਵਰ ਤੁਸੀਂ ਵੇਖ ਲਵੋ। ਦੇਸ਼ਨ ਵਿਦੇਸ਼ ਵਿਖੇ ਵਿਚਰੋ ਵਿਸ਼ੇਸ਼ਕਾਰ, ਹੀਰੋ ਅਸ਼ੇਸ਼ ਜੇ ਨਰੇਸ਼ ਵੇਸ਼ ਕੀਜੀਏ। ਦੇਸ਼ਾਂ ਵਿਦੇਸ਼ਾਂ ਦੇ ਸਾਰੇ ਥਾਵਾਂ ਤੇ ਵਿਸ਼ੇਸ਼ ਕਰਕੇ ਫਿਰ ਕੇ ਵੇਖੋ, ਜਿੰਨੇ ਰਾਣੇ ਰਾਜੇ ਮਹਾਰਾਜੇ ਵਿਸ਼ੇਸ਼ ਭੇਸਾਂ ਲਿਬਾਸਾਂ ਨੂੰ ਧਾਰਨ ਵਾਲੇ ਨੇ, ਸਾਰਿਆਂ ਦੇ ਪਾਸ ਜਾ ਕੇ ਪੁੱਛ ਪੜਤਾਲ ਕਰੋ। ਕਾਹੂ ਕਾਮਦਾਰ ਹੋਏ, ਵੱਡੋ ਵਿਵਹਾਰ ਹੋਏ, ਜਾਹਰ ਉਦਾਰ ਹੋਏ, ਮਿਲ ਕੇ ਜਨੀਜੀਏ। ਕਿਸੇ ਰਾਜੇ ਮਹਾਰਾਜੇ ਦਾ ਕਾਮਦਾਰ ਹੋਵੇ। ਕਾਮਦਾਰ ਦਾ ਅਰਥ ਹੈ ਕਿ ਜਿਸ ਤਰ੍ਹਾਂ ਰਾਜੇ ਮਹਾਰਾਜੇ ਆਪਣੇ ਪਾਸ ਮੁਸਾਹਿਬ ਰੱਖਦੇ ਸੀ, ਇੱਕ ਖਾਸ, ਜਿਵੇਂ ਅੱਜ ਕੱਲ੍ਹ ਪੰਜਾਬ ਸਰਕਾਰ ਦਾ ਮੁੱਖ ਸਕੱਤਰ ਹੁੰਦਾ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸਕੱਤਰ ਲਾ ਲਓ। ਸੋ ਇਸ ਤਰ੍ਹਾਂ ਦਾ ਕੋਈ ਅਹੁਦਾ ਹੁੰਦਾ ਸੀ, ਉਹਨੂੰ ਮੁਸਾਹਿਬ ਕਹਿੰਦੇ ਸਨ। ਆਖਣ ਲੱਗਾ ਜੇਕਰ ਕੋਈ ਰਾਜਾ ਮਹਾਰਾਜਾ ਨਾ ਲੱਭੇ ਤੇ ਫਿਰ ਉਸ ਰਾਜੇ ਮਹਾਰਾਜ ਦਾ ਕੋਈ ਮੁਸਾਹਿਬ, ਕੋਈ ਮੁੱਖ ਸਕੱਤਰ ਹੀ ਹੋਵੇ, ਚੰਗਾ ਹੋਵੇ, ਇਹੋ ਜਿਹਾ ਕੋਈ ਰਿਸ਼ਤਾ ਵੇਖ ਲਵੋ ਤੇ ਚੰਗੀ ਤਰ੍ਹਾਂ ਪਰਖ ਕਰਨੀ। ਵੱਡੋ ਵਿਵਹਾਰ ਹੋਵੇ, ਉਹਦਾ ਕਾਰ ਵਿਹਾਰ ਵੱਡਾ ਹੋਵੇ, ਜਾਰ ਉਦਾਰ ਹੋਏ, ਉਹਦੀ ਪ੍ਰਸਿੱਧੀ ਵੀ ਹੋਏ, ਨਾ ਵੇਖ ਉਹਨੂੰ ਪਿੰਡ 'ਚ ਹੀ ਨਾ ਕੋਈ ਜਾਣਦਾ ਹੋਵੇ, ਉਹਦੀ ਪ੍ਰਸਿੱਧੀ ਵੀ ਹੋਵੇ, ਮਿਲ ਕੇ ਜਨੇਜੀ ਉਹਦੇ ਨਾਲ ਮਿਲ ਕਰਕੇ ਤੇ ਸਾਰੀ ਗੱਲ ਨੂੰ ਜਾਣਨਾ ਕਰੋ। ਐਸੇ ਪੈ ਪਤੀਜੀਏ ਨਾ ਸੰਸ ਕੋ ਰਖੀਜੀਏ, ਮੋ ਲਾਜ ਕੋ ਪਿਖੀਜੀਏ, ਸੋ ਨਾਤੋ ਤਾਂ ਦੀਜੀਏ। ਤੇ ਐਸੇ ਪੈ ਭਤੀਜੀਏ, ਇਹੋ ਜਿਹੇ ਵਰ ਦੇ ਉੱਪਰ ਤੁਸੀਂ ਭਤੀਜਣਾ ਹੈ ਜਿਹਦੇ ਕੋਲ ਪੈਸਾ ਵੀ ਹੋਵੇ, ਕੁਲ ਵੀ ਚੰਗੀ, ਖਾਨਦਾਨ ਚੰਗਾ ਹੋਵੇ ਤੇ ਸਰੂਪ ਵੀ ਹੋਵੇ, ਇਹੋ ਜਿਹਾ ਵਰ ਚਾਹੀਦਾ ਹੈ। ਨਾ ਸੰਸੇ ਕੋ ਰਖੀਜੀਏ, ਸੰਸਾ ਨਹੀਂ ਕਰਨਾ, ਸ਼ੱਕ ਨਹੀਂ ਕਰਨਾ। ਮੋ ਲਾਜ ਕੋ ਪਖੀਜੀਏ, ਮੇਰੀ ਲਾਜ ਵੇਖਿਓ, ਮੇਰੀ ਇੱਜ਼ਤ ਦਾ ਧਿਆਨ ਰੱਖਿਓ ਜੇ। ਸੋ ਨਾਤੋ ਤਾਹਾਂ ਦੀਜੀ, ਉੱਥੇ ਮੇਰੀ ਧੀ ਦਾ ਨਾਤਾ ਰਿਸ਼ਤਾ ਦੇਵੋ
ਜਿੱਥੇ ਆ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਹੋਣ। ਕਬਿਤ ਚੰਦੂ ਕੇ ਬਚਨ ਸੁਨ ਵਿਪਰਨ ਸਮਾਨ ਮਨ ਭਨਿਓ ਤੇਰੇ ਭਾਗ ਧਨ ਤੈਸੀ ਤੋਵ ਜਾਤ ਕੀ। ਚੰਦੂ ਦੇ ਬਚਨ ਸੁਣ ਕਰਕੇ, ਬੋਲ ਸੁਣ ਕਰਕੇ ਜਿਹੜਾ ਪੰਡਤ ਸੀ ਨਾ ਕੁਲ ਦਾ ਪ੍ਰੋਤ, ਉਹ ਆਖਣ ਲੱਗਾ, ਮਨ ਵਿੱਚ ਮਨ ਕਰਕੇ ਕਹਿਣ ਲੱਗਾ, ਚੰਦੂ ਤੇਰੇ ਵੱਡੇ ਭਾਗ ਨੇ, ਤੇਰੀ ਧੀ ਵੀ ਚੰਗੇ ਭਾਗਾਂ ਵਾਲੀ ਹੈ ਜਿਹੜੀ ਤੇਰੇ ਘਰ ਵਿੱਚ ਪੈਦਾ ਹੋਈ ਹੈ। ਕਬਿਤ ਫਿਰੈ ਦੇਸ਼ ਦੇਸ਼ ਮੈਂ ਬਿਲੋਕਾਂਗੇ ਅਸ਼ੇਸ਼ ਹਮ ਉੱਤਮਤਾ ਖੋਜਾਂਗੇ ਸਮਾਨ ਤੋਂ ਵਜਾਤ ਕੀ। ਜਿਵੇਂ ਤੂੰ ਆਖਿਆ ਨਾ ਦੇਸ਼ਾਂ ਵਿਦੇਸ਼ਾਂ ਚੰਗੀ ਤਰ੍ਹਾਂ ਵੇਖਿਓ, ਅਸੀਂ ਇਸੇ ਤਰ੍ਹਾਂ ਸਾਰੇ ਥਾਵਾਂ ਤੇ ਵਿਸ਼ੇਸ਼ ਕਰਕੇ ਵੇਖਾਂਗੇ, ਉੱਤਮਤਾ ਖੋਜਾਂਗੇ, ਚੰਗੀ ਕੁਲ ਖਾਨਦਾਨ ਖੋਜਾਂ ਲੱਭਾਂਗੇ, ਸਮਾਨ ਤੋਂ ਵਜਾਤ ਕੀ, ਜਿਹੜੇ ਤੇਰੇ ਬਰਾਬਰ ਦੀ ਜਾਤ ਦੇ ਹੋਣ, ਜਾਤ ਪਾਤ ਕਰਕੇ ਤੇਰੇ ਬਰਾਬਰ ਹੋਣ, ਉਹੋ ਜਿਹਾ ਘਰ ਉਹੋ ਜਿਹਾ ਵਰ ਲੱਭਾਂਗੇ। ਨੀਰੋ ਜਜਮਾਨ ਧਨ ਲੈਓ ਸੰਬੰਧ ਬਨ ਹੋਏ ਜਸ ਬ੍ਰਿੰਦ ਗੰਧ ਜਥਾ ਜਲ ਜਾਤ ਕੀ। ਤੇ ਤੂੰ ਮੇਰਾ ਜਜਮਾਨ ਹੈ। ਜਜਮਾਨ ਮਾਲਕ ਨੂੰ ਕਹਿੰਦੇ ਸਨ, ਪੰਡਤਾਂ ਦੇ ਜਜਮਾਨ ਹੁੰਦੇ ਸਨ, ਆਪਣੇ ਜਜਮਾਨ ਬਣਾਏ ਹੁੰਦੇ ਸੀ, ਦਿਨ ਦਿਹਾੜ ਜਾ ਕਰਕੇ ਉਹਨਾਂ ਦੇ ਘਰੋਂ ਖਰਾਤ ਲੈਣੀ, ਪੇਟ ਪੂਜਾ ਦਾ ਮਾਲ ਮਤਾ ਹਾਸਲ ਕਰਨਾ। ਤੇ ਉਹ ਪੰਡਤ ਬਾਹਮਣ ਆਖਣ ਲੱਗਾ ਕਿ ਚੰਦੂ ਮੇਰੋ ਜਜਮਾਨ, ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਕੋਲੋਂ ਪੈਸਾ ਧਨ ਲੈਂਦਾ ਤੇ ਹੁਣ ਵੀ ਲਵਾਂਗਾ। ਧਨ ਲੈ ਹੋ ਸੰਬੰਧ ਬਣੇ, ਜਦੋਂ ਤੇਰੀ ਬੱਚੀ ਦਾ ਰਿਸ਼ਤਾ ਮੈਂ ਚੰਗੇ ਘਰ ਕਰਕੇ ਆਵਾਂਗਾ ਨਾ ਤੇ ਇੱਥੋਂ ਬਹੁਤ ਸਾਰਾ ਪੈਸਾ ਲਵਾਂਗਾ। ਹੋਏ ਜਸ ਬ੍ਰਿੰਦ ਗੰਧ ਜਥਾ ਜਲ ਜਾਤ ਕੀ। ਤੇ ਕਹਿਣ ਲੱਗਾ, ਜਿਸ ਤਰ੍ਹਾਂ ਕਮਲ ਫੁੱਲ ਦੀ ਸੁਗੰਧੀ ਹੁੰਦੀ ਨਾ, ਜਲ ਜਾਤ ਹੁੰਦਾ ਪਾਣੀ ਤੋਂ ਪੈਦਾ ਹੋਇਆ ਕਮਲ, ਜਿਵੇਂ ਪਾਣੀ ਤੋਂ ਪੈਦਾ ਹੋਏ ਕਮਲ ਦੀ ਸੁਗੰਧੀ ਹੁੰਦੀ, ਇਸੇ ਤਰ੍ਹਾਂ ਤੇਰਾ ਜਸ ਹੋਵੇਗਾ, ਤੇਰੇ ਜਸ ਦੀ ਸੁਗੰਧੀ ਤੇ ਵਡਿਆਈ ਫੈਲੇਗੀ। ਇਹੋ ਜਿਹਾ ਸੋਹਣਾ ਘਰ ਮੈਂ ਵੇਖ ਕਰਕੇ ਆਵਾਂਗਾ, ਬੱਚੀ ਦਾ ਰਿਸ਼ਤਾ ਕਰਕੇ ਆਵਾਂਗਾ। ਕੀਜੈ ਬਿਦਾ ਮੋਹਿ ਤੋਹਿ ਕਾਜ ਸ਼ੁਭ ਹੋਏ, ਜੋਹਿ ਸ਼ਗੁਨ ਅਨੂਠੇ ਅਬ ਸਮੇਂ ਚੱਲ ਜਾਤ ਕੀ। ਤੇ ਹੁਣ ਦੀਵਾਨ ਜੀ ਤੁਸੀਂ ਮੈਨੂੰ ਵਿਦਾ ਕਰੋ, ਮੈਂ ਚਾਲਾ ਪਾਵਾਂ ਵਰ ਲੱਭਣ ਵਾਸਤੇ, ਤੁਹਾਡਾ ਕਾਰਜ ਬੜਾ ਸ਼ੁਭ ਹੋਵੇਗਾ। ਕਿਉਂਕਿ ਜਿਹੜੇ ਸ਼ਗਨ ਅਨੂਠੇ, ਜਿਹੜੀਆਂ ਸ਼ਗਨਾਂ ਦੀਆਂ ਨਿਸ਼ਾਨੀਆਂ ਨਾ ਬੜੀਆਂ ਚਰਜ, ਬੜੀਆਂ ਸੋਹਣੀਆਂ ਨਿਸ਼ਾਨੀਆਂ ਦਿਸ ਰਹੀਆਂ ਨੇ। ਅਬ ਸਮੇਂ ਚੱਲ ਜਾਤ ਕੀ, ਹੁਣ ਚਾਲਾ ਪਾਉਣ ਦਾ, ਚਲੇ ਜਾਣ ਦਾ ਸਮਾਂ ਹੈ, ਤੇ ਤੁਸੀਂ ਮੈਨੂੰ ਵਿਦਾ ਕਰ ਦਿਓ, ਮੈਂ ਤੁਰ ਪਵਾਂ। ਕਬਿਤ ਨਾਉ ਕੀਨ ਸਾਥ ਨਿਤ ਸੇਵਾ ਕਰੈ ਹਾਥ ਨਿਜ, ਔਰ ਦਾਸ ਕਰੇ ਸੰਗ ਅਧਿਕ ਸਮਾਜ ਤੇ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇਤਿਹਾਸ ਜਦੋਂ ਲਿਖਿਆ ਹੈ, ਜ਼ਿਆਦਾ ਕਰਕੇ ਕਵਿਤਾਂ ਵਿੱਚ, ਸਵਈਆਂ ਵਿੱਚ, ਸਵਈਆਂ ਛੰਦਾਂ ਵਿੱਚ ਲਿਖਿਆ, ਜਿਨ੍ਹਾਂ ਨੂੰ ਪੜ੍ਹਨਾ ਔਖਾ ਹੈ, ਅਰਥ ਵੀ ਔਖੇ ਹਨ। ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੇ ਤੇ ਚਾਲ ਵੀ ਸ਼ਬਦਾਂ ਦੀ ਔਖੀ ਹੈ, ਵੱਡੇ ਸ਼ਬਦ ਨੇ, ਛੰਦ ਨੇ। ਭਾਈ ਸਾਹਿਬ ਦੱਸ ਰਹੇ ਨੇ, ਨਾਊ ਕੀਨ ਸਾਥ ਨਿਤ। ਨਾਊ ਕਹਿੰਦੇ ਸਨ ਨਾਈ ਨੂੰ, ਨਾਈ ਵੀ ਲਾਗੀ ਪੁਣੇ ਦਾ ਕੰਮ ਕਰਕੇ ਨਾਲ ਜਾਂਦੇ ਸਨ। ਜਦੋਂ ਬੱਚੇ ਦਾ ਰਿਸ਼ਤਾ ਕਰਨਾ ਹੁੰਦਾ ਸੀ, ਨਾਈ ਨਾਲ ਜ਼ਰੂਰ ਹੁੰਦਾ ਸੀ। ਨਾਲ ਨਾਈ ਲੈ ਲਿਆ ਇੱਕ, ਜਿਹੜਾ ਨਿਤਾਂ ਪ੍ਰਤੀ ਇਸ ਪੰਡਤ ਦੀ ਸੇਵਾ ਕਰਦਾ ਹੱਥੀਂ, ਔਰ ਦਾਸ ਕਰੇ ਸੰਗ, ਹੋਰ ਵੀ ਦਾਸ ਸੇਵਾਦਾਰ ਨਾਲ ਲੈ ਕੇ, ਅਧਿਕ ਸਮਾਜ, ਵੱਡਾ ਸਮਾਜ ਲੈ ਕਰਕੇ। ਨਗਰ ਨਗਰ ਪ੍ਰਤ ਖੋਜਤ ਫਿਰਤ ਬਾਰ, ਰੈਨ ਕੋ ਬਸੇਰਾ ਕਾਰੇ ਹੀਰੇ ਸਭ ਸਾਜ ਤੇ। ਨਗਰਾਂ ਨਗਰਾਂ ਚ ਜਿਉਂ ਦਿੱਲੀ ਤੋਂ ਤੁਰੇ, ਸਾਰੇ ਨਗਰਾਂ ਸ਼ਹਿਰਾਂ ਚ ਲੱਭਦੇ ਭਾਲਦੇ ਫਿਰਦੇ ਨੇ ਵਰ ਨੂੰ। ਰਾਤ ਸਮੇਂ ਕਿਸੇ ਨਗਰ ਚ ਬਸੇਰਾ ਕਰਕੇ ਚੰਗੀ ਤਰ੍ਹਾਂ ਵੇਖਦੇ ਨੇ, ਨਗਰ ਤੋਂ ਪਤਾ ਕਰਦੇ ਕੋਈ ਇਹੋ ਜਿਹਾ ਵਰ ਇੱਥੇ ਹੈ, ਫਿਰ ਅੱਗੇ ਚੱਲ ਪੈਂਦੇ ਹਨ। ਜਹਾਂ ਛਿ ਕੁਲ ਤਾਹਾਂ ਧਨ ਮੇ ਨ ਤੁਲ ਹੋਤ, ਜਹਾਂ ਧਨ ਤੁਲ ਤਾਹਾਂ ਕੁਲ ਨਹੀਂ ਰਾਜ ਤੇ। ਰਿਸ਼ਤਾ ਕਰਨ ਚ ਬੜੀ ਦਿੱਕਤ, ਬੜੀ ਔਖਿਆਈ ਆ ਰਹੀ ਹੈ। ਉਹ ਕਿਹੜੀ ਹੈ ਕਿ ਜਿੱਥੇ ਚੰਗੀ ਕੁਲ ਮਿਲਦੀ ਨਾ, ਉੱਥੇ ਪੈਸੇ ਦੇ ਵਿੱਚ ਚੰਦੂ ਨਾਲ ਬਰਾਬਰੀ ਨਹੀਂ ਹੋ ਰਹੀ। ਉੱਥੇ ਘਰ ਗਰੀਬ ਹੈ ਜਿੱਥੇ ਕੁਲ ਚੰਗੀ ਹੈ, ਤੇ ਜਿੱਥੇ ਜਹਾਂ ਧਨ ਤੁਲ, ਜਿੱਥੇ ਧਨ ਬਰਾਬਰ ਹੈ ਚੰਦੂ ਦੇ ਬਰਾਬਰ ਹੀ ਧਨ ਜੀ ਦੇ ਕੋਲ ਹੈ, ਤਾਹਾਂ ਕੁਲ ਨਹੀਂ ਰਾਜ, ਉੱਥੇ ਕੁਲ ਚੰਗੀ ਨਹੀਂ ਹੈ, ਗੱਲਾਂ ਸਾਰੀਆਂ ਮਿਲਦੀਆਂ ਨਹੀਂ ਹਨ। ਜਿਸ ਬੰਦੇ ਕੋਲ ਪੈਸਾ ਜ਼ਿਆਦਾ, ਉਹਦੀ ਕੁਲ ਚੰਗੀ ਨਹੀਂ ਹੈ। ਜਿਹਦੀ ਕੁਲ ਚੰਗੀ ਉੱਚੀ ਹੈ, ਉਹਦੇ ਕੋਲ ਪੈਸਾ ਨਹੀਂ ਹੈ।
ਇਸ ਤਰ੍ਹਾਂ ਇਹ ਗੱਲ ਕੋਈ ਬਣਦੀ ਨਹੀਂ ਹੈ। ਜਹਾਂ ਧਨ ਕੁਲ ਮੈਂ ਸੁਤੁਲਤਾ ਮਿਲਤ ਆਏ, ਬਾਲਕ ਬਿਹੀਨ ਰੂਪ ਹੀਰਤ ਕੋ ਕਾਜ ਤੇ ਜਿੱਥੇ ਦੋਵੇਂ ਚੀਜ਼ਾਂ ਮਿਲ ਜਾਂਦੀਆਂ, ਧਨ ਪੈਸਾ ਵੀ ਪੂਰਾ ਹੁੰਦਾ ਤੇ ਕੁਲ ਵੀ ਚੰਗੀ ਹੁੰਦੀ, ਉੱਥੇ ਬੱਚਾ ਚੰਗਾ ਨਹੀਂ ਮਿਲਦਾ, ਬੱਚਾ ਕੋਝਾ ਨਿਕਲ ਆਉਂਦਾ ਹੈ। ਕੋਈ ਨਾ ਕੋਈ ਕਿਸੇ ਦੀ ਅੱਖ ਘੱਟ ਹੁੰਦੀ ਹੈ, ਕੋਈ ਲੱਤ ਘੱਟ ਹੈ, ਸੋ ਬੱਚੇ ਦਾ ਰੂਪ ਕੋਝਾ ਹੁੰਦਾ ਹੈ। ਤੀਜੀ ਸ਼ੈ ਉੱਥੇ ਨਹੀਂ ਮਿਲਦੀ। ਦੋ ਚੀਜ਼ਾਂ ਇਕੱਠੀਆਂ ਹੋ ਵੀ ਜਾਂਦੀਆਂ, ਪੈਸਾ ਵੀ ਹੁੰਦਾ, ਕੁਲ ਵੀ ਉੱਚੀ ਹੁੰਦੀ, ਪਰ ਬੱਚਾ ਸੋਹਣਾ ਨਹੀਂ ਹੁੰਦਾ। ਬਾਲਕ ਵਿਹੀਨ ਰੂਪ ਹੇਰਤ ਕੋ ਕਾਜ, ਤੇ ਬੱਚੇ ਦਾ ਰੂਪ ਕੋਝਾ ਵੇਖ ਕਰਕੇ ਤੇ ਕੰਮ ਫੇਰ ਵਿਗੜ ਜਾਂਦਾ ਹੈ। ਕਬਿਤ ਪੁਰ ਪੁਰ ਹੀਰਤ ਫਿਰਤ ਨਰ ਪੂਛ ਲੇਤ, ਛਤਰੀ ਹੋਇਤ ਨਾੜ ਧਾਮ ਸੁੰਦਰ ਸਪੂਤ ਹੋਏ। ਜਿਉਂ ਦਿੱਲੀ ਤੋਂ ਚੱਲੇ ਪੰਜਾਬ ਵਾਲੇ ਪਾਸੇ ਨੂੰ, ਸ਼ਹਿਰਾਂ ਪਿੰਡਾਂ ਨਗਰਾਂ 'ਚ ਫਿਰਦੇ ਫਿਰਦੇ ਪੁੱਛਦੇ ਪਛਾਉਂਦੇ ਕੀ ਪੁੱਛਦੇ ਨੇ ਕਿ ਕੋਈ ਛਤਰੀ ਹੋਵੇ, ਧਨਾੜ ਹੋਵੇ, ਧਾਮ ਸੁੰਦਰ ਸਪੂਤ ਹੋਏ, ਉਹਦੇ ਘਰ 'ਚ ਸੋਹਣਾ ਸੁਨੱਖਾ ਪੁੱਤਰ ਹੋਵੇ। ਸ਼ਾਹ ਕੋ ਸੱਚ ਪਤਾ ਕੀ ਸੁਤਾ ਕੋ ਸੰਬੰਧ ਚਹਿ, ਜਾ ਕੇ ਵੱਡੇ ਭਾਗ ਜਗ ਮਿਲੈ ਇਸ ਥਾਨ ਸੋਏ। ਜੇ ਕੋਈ ਪੁੱਛਦਾ ਕੀ ਕਰਨਾ, ਇਹੋ ਜਿਹਾ ਬੱਚਾ ਕੀ ਦੱਸਦੇ, ਕਹਿੰਦੇ ਕਿ ਸ਼ਾਹ ਕੋ ਸਚਿਵ, ਬਾਦਸ਼ਾਹ ਜਹਾਂਗੀਰ ਦਾ ਸਚਿਵ ਹੁੰਦਾ ਵਜ਼ੀਰ। ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਦੀਵਾਨ ਹੈ ਚੰਦੂ ਤਾਕੀ ਸੁਤਾ, ਉਹਦੀ ਪੁੱਤਰੀ ਹੈ। ਉਸ ਪੁੱਤਰੀ ਦਾ ਸੰਬੰਧ ਚਾਹੇ, ਜਾ ਕੇ ਵੱਡੇ ਭਾਗ ਜਗ ਮਿਲੇ ਇਸ ਥਾਨ ਸੋਏ। ਉਸ ਬੱਚੀ ਦਾ ਅਸੀਂ ਰਿਸ਼ਤਾ ਕਰਨਾ ਚਾਹੁੰਦੇ ਹਾਂ, ਪਰ ਕਿਸੇ ਦੇ ਵੱਡੇ ਭਾਗ ਹੋਣਗੇ ਤੇ ਫਿਰ ਹੀ ਚੰਦੂ ਦੇ ਨਾਲ ਕੋਈ ਇਹੋ ਜਿਹੇ ਘਰ ਦਾ ਸੰਬੰਧ ਬਣੇਗਾ। ਹੁਕਮ ਮਹਾਨ ਚਾਰੋਂ ਦਿਸ਼ ਮੈਂ ਬਖਾਨ ਕਰ, ਆਨ ਗਨ ਸੰਪਤਾ ਕੋ ਪ੍ਰਾਪਤ ਸਦਾਈ ਜੋਏ। ਕਹਿੰਦੇ ਜਿਹੜਾ ਦੀਵਾਨ ਚੰਦੂ ਹੈ ਨਾ, ਬਾਦਸ਼ਾਹ ਦਾ ਸਚਿਵ ਵਜ਼ੀਰ, ਉਹ ਚੌਵਾਂ ਦਿਸ਼ਾਵਾਂ ਤੇ ਆਪਣਾ ਹੁਕਮ ਕਰਦਾ। ਦੱਖਣ ਉੱਤਰ ਪੂਰਬ ਪੱਛਮ ਦਿਸ਼ਾਵਾਂ 'ਚ ਉਹਦਾ ਹੁਕਮ ਚੱਲਦਾ, ਉਹਦੇ ਹੁਕਮ ਦਾ ਡੰਕਾ ਵੱਜਦਾ ਹੈ। ਲੋਕ ਉਹਦੀ ਆਗਿਆ ਦਾ ਪਾਲਨ ਕਰਦੇ। ਅਣਗਿਣਤ ਸੰਪਤਾ ਕੋ ਪ੍ਰਾਪਤ ਸਦਾਈ ਜੋਏ, ਜਿਸ ਨੂੰ ਅਣਗਿਣਤ ਧਨ ਵਿਭੂਤੀ ਸਦਾ ਹੀ ਪ੍ਰਾਪਤ ਹੁੰਦੀ ਰਹਿੰਦੀ ਹੈ। ਬੜੀ ਮਾਲ ਸੰਪਤੀ ਉਸ ਚੰਦੂ ਦੇ ਕੋਲ ਹੈ। ਹੀਰ ਹਮ ਰਹੇ ਨਹੀਂ ਸੁਧ ਕਹੂੰ ਲਹਿ ਆਸ, ਫਿਰ ਮਨ ਟਹਿ ਨਹੀਂ ਪਾਇਓ ਕਿਤ ਸਮ ਕੋਏ। ਉਹ ਲਾਗੀ ਦੱਸਦੇ ਨੇ ਬਾਹਮਣ ਤੇ ਨਾਈ, ਕਹਿੰਦੇ ਅਸੀਂ ਸਾਰੇ ਥਾਵਾਂ ਤੇ ਵੇਖਿਆ, ਨਗਰ ਸ਼ਹਿਰ ਪਿੰਡਾਂ ਦੇ ਪਿੰਡ ਭਾਲੇ, ਇਹੋ ਜਿਹਾ ਵਰ ਸਾਨੂੰ ਕਿਤੇ ਨਹੀਂ ਦਿਸ ਰਿਹਾ, ਕਿਤੇ ਸਾਨੂੰ ਖਬਰ ਵੀ ਨਹੀਂ ਮਿਲ ਰਹੀ। ਅਸੀਂ ਤਾਂ ਢੱਠੇ ਮਨ ਨਾਲ ਦੁਖੀ ਹੋਏ ਫਿਰਦੇ ਹਾਂ। ਨਹੀਂ ਪਾਇਓ ਕਿਤ ਸਮ ਕੋਏ, ਜਿਹੋ ਜਿਹਾ ਵਰ ਸਾਨੂੰ ਚੰਦੂ ਨੇ ਲੱਭਣ ਵਾਸਤੇ ਆਖਿਆ ਹੈ, ਇਹੋ ਜਿਹਾ ਵਰ ਸਾਨੂੰ ਕਿਤੇ ਨਹੀਂ ਲੱਭਦਾ, ਕਿਤੇ ਨਹੀਂ ਦਿਸਦਾ, ਕਿਤੇ ਨਜ਼ਰੇ ਨਹੀਂ ਪੈਂਦਾ। ਜਿਵੇਂ ਫਿਰਦੇ ਫਰਾਉਂਦੇ ਅਖੀਰ ਲਾਹੌਰ ਪਹੁੰਚ ਗਏ, ਲਾਹੌਰੋਂ ਫਿਰਦੇ ਫਰਾਉਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ। ਜਿਵੇਂ ਗੁਰੂ ਘਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚ ਕੇ ਦਰਸ਼ਨ ਦੀਦਾਰ ਕਰਦਿਆਂ ਹੀ ਲਾਗੀਆਂ ਦੇ ਮਨ ਖੁਸ਼ ਹੋ ਗਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਰੂਹਾਨੀਅਤ ਨੇ ਉਹਨਾਂ ਦੇ ਮਨ ਜਿਹੜੇ ਸਨ ਖਿੱਚ ਲਏ, ਮਨ ਪਵਿੱਤਰ ਕਰ ਦਿੱਤੇ। ਉਹ ਸਾਰਾ ਪ੍ਰਸੰਗ ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਸਮੇਂ ਦੀ ਸਮਾਪਤੀ ਹੈ, ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ ਜੀ। ਅੱਗੇ ਵਾਸਤੇ ਸਮੱਤ ਬਖਸ਼ਣੀ, ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਿਮਰਨ ਕਰਦਿਆਂ ਹੋਇਆਂ ਸਮਾਪਤੀ ਹੈ ਜੀ। ਹੀਰ ਹਮ ਰਹੇ ਨਹੀਂ ਸੁਧ ਕਉ ਲਹਿ ਆਸ, ਫਿਰ ਮਨ ਟਹਿ ਨਹੀਂ ਪਾਇਓ ਕਿਤ ਸਮ ਕੋਏ। ਵਾਹਿਗੁਰੂ
ਗੁਰੂ ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇ
हे गोविंद हे गुण निदान जाकै सदा विवेक हे अपरंपर हर हरे हे संत कै सदा संग नेदारा दार हे ठाकुर हूँ दास रो मैं निर्गुण गुण नहीं कोई नानक दीजै नाम दान राखो हियै परोए आए प्रभ शरणागति कृपा नित दयाल एक अक्षर हार मान बसत नानक होत निहाल वाहिगुरु नाम जहाज है जड़े सोतरे पार जो शरदा कार सेवदे गुर पार उतारन हार जो शरदा कार से